ਤੇ ਬਾਬਾ ਜੀ ਜਦੋਂ 2013 'ਚ ਉਧਰ ਹੋਇਆ ਸੀਗਾ ਇਹ ਹੜ੍ਹਾਂ ਦਾ, ਹਾਂਜੀ 13 ਹੀ ਸੀਗਾ ਸ਼ਾਇਦ ਉਸ ਜੀ ਜੀ 2013 ਦੇ ਵਿੱਚ ਵੀ ਉਸ ਸਥਾਨ ਵੱਲੋਂ ਬੜੀ ਵੱਡੀ ਸੇਵਾ ਕੀਤੀ ਗਈ ਹੈ ਜੀ। ਮਹਾਰਾਜ ਨੇ ਕਿਰਪਾ ਕੀਤੀ। ਤੇ ਉਹ ਉਦੋਂ ਫਿਰ ਆਪ ਜੀ ਦੇ ਨਾਲ ਉੱਥੇ ਦੀ ਸਰਕਾਰ ਨੇ ਕੰਟੈਕਟ ਕੀਤਾ, ਕਿੱਦਾਂ ਹੋਈ ਸੀ ਜੀ? ਹਾਂਜੀ, ਮੈਨੂੰ ਸਭ ਤੋਂ ਪਹਿਲਾਂ ਇੱਕ ਇਹਨਾਂ ਦਾ ਸੀਗਾ ਜਿਹੜਾ ਮੇਨ ਸਾਰੇ ਉਹਨੂੰ ਕੰਟਰੋਲ ਕਰ ਰਿਹਾ ਸੀ ਆਪਰੇਸ਼ਨ ਨੂੰ ਜੀ, ਤੇ ਉਹ ਸੀ ਪੌੜੀ ਤੋਂ। ਠੀਕ ਹੈ ਜੀ। ਵੱਡਾ ਅਫਸਰ ਜੀ, ਮੇਰੇ ਨਾਂ ਥੋੜਾ ਹੁਣ ਵਿਸਰਿਆ ਹੋਇਆ ਜੀ, ਤੇ ਉਹਦੇ ਅੰਡਰ ਸੀ ਸਾਰਾ ਆਪਰੇਸ਼ਨ। ਠੀਕ ਹੈ ਜੀ। ਉਹਨੇ ਕਿਤੋਂ ਨੈੱਟ ਤੋਂ ਮੇਰਾ ਨੰਬਰ ਕੱਢ ਕੇ ਮੇਰੇ ਨਾਲ ਕੰਟੈਕਟ ਕੀਤਾ ਜੀ। ਉਹ ਕਹਿੰਦਾ ਬਾਬਾ ਜੀ ਵੀ ਤੁਹਾਨੂੰ ਬੇਨਤੀ ਹੈ ਜੀ ਵੀ ਅੱਜ 3 ਦਿਨ ਹੋ ਗਏ ਨੇ ਕੇਦਾਰਨਾਥ ਫਲੱਡ ਆਏ ਨੂੰ ਜੀ, ਵੀ ਲੋਕ ਭੁੱਖੇ ਬੈਠੇ ਨੇ। ਜੀ, ਉਹਦਾ ਸੜਕ ਰਾਹੀਂ ਸੰਪਰਕ ਟੁੱਟ ਗਿਆ। ਠੀਕ ਹੈ ਜੀ। ਆ ਰੋਡ ਖਰਾਬ ਹੋ ਗਏ ਸੀਗੇ, ਬਿਲਕੁਲ ਰੋਡਾਂ ਬਹਿ ਗਈਆਂ ਸੀ, ਪੁਲ ਟੁੱਟ ਗਏ ਸੀਗੇ ਸਾਰੇ। ਆਵਾਜਾਈ ਬੰਦ ਹੈ ਜੀ ਵੀ ਉੱਥੇ ਲੰਗਰ ਪਹੁੰਚਾਓ, ਲੋਕਾਂ ਦਾ ਬੁਰਾ ਹਾਲ ਹੈ। ਜੀ। ਮੈਂ ਕਿਹਾ ਜੀ ਲੰਗਰ ਤਾਂ ਵੀ ਹੁਣ ਵੀ ਤਿਆਰ ਹੈ, 24 ਘੰਟੇ ਅਸੀਂ ਸੇਵਾ 'ਚ ਹਾਜ਼ਰ ਹਾਂ, ਵੀ ਸਾਨੂੰ ਪਹੁੰਚਾਉਣ ਦਾ ਸਾਧਨ ਦਿਓ ਜੀ। ਤੁਸੀਂ ਹੈਲੀਕਾਪਟਰ ਭੇਜੋ, ਅਸੀਂ ਲੰਗਰ ਤਿਆਰ ਕਰਦੇ ਹਾਂ। ਜੀ। ਉਹਨਾਂ ਨੇ ਫਿਰ ਅਰੇਂਜਮੈਂਟ ਕੀਤਾ ਹੈਲੀਕਾਪਟਰ ਦਾ, ਅਸੀਂ ਲੰਗਰ ਤਿਆਰ ਕਰ ਕਰਕੇ ਪੈਕਿੰਗ ਕਰ ਕਰਕੇ ਜੀ। ਅਸੀਂ ਸੁੱਟ ਕੇ ਆਉਂਦੇ, ਫਿਰ ਉਹ ਅਸੀਂ ਥੱਲੇ ਤਾਂ ਉਤਰ ਨਹੀਂ ਸਕਦਾ, ਲੈਂਡ ਨਹੀਂ ਕਰ ਸਕਦਾ ਸੀ। ਹਾਂਜੀ ਹਾਂਜੀ। ਅਸੀਂ ਪੈਕਿੰਗ ਕਰਕੇ ਸੁੱਟੀ ਜਾਣਾ, ਛੋਲੇ ਪੂਰੀਆਂ ਜੀ, ਤੇ ਨਾਲ ਜਿਹੜਾ ਲੋੜੀਂਦਾ ਸਮਾਨ ਹੋਰ ਵੀ। ਜੀ। ਤੇ ਉਹ ਮਾਰੇ ਸੇਵਾ ਲਈ ਜੀ। ਬਦਰੀਨਾਥ ਜਿੱਥੇ ਵੀ ਗੋਬਿੰਦ ਘਾਟ ਤੇ ਜ਼ਰੂਰਤ ਪਈ ਜੀ। ਜੇ ਉੱਥੇ ਪਹੁੰਚਾਉਂਦੇ ਰਹੇ। ਜੀ। ਤੇ ਜਦੋਂ ਫਿਰ ਉਹ ਸਮਾਪਤ ਹੋ ਗਿਆ ਔਰ ਇੱਥੇ ਸਾਡੇ ਕੋਲ ਉਦੋਂ 30,000 ਸੰਗਤ ਸਾਡੇ ਸੰਪਰਕ 'ਚ ਆਈ ਸੀ, ਇਹ ਉੱਥੇ ਆਪਣੇ ਅਸਥਾਨ ਜਿਹੜੇ ਤੇ। ਸਾਡੇ ਕੋਲ ਰੁਕੇ ਨੇ। ਠੀਕ ਹੈ ਜੀ। ਉਹ ਆਪਣੀ ਸਿੱਖ ਸੰਗਤ ਵੀ ਸੀ, ਬਦਰੀਨਾਥ ਵਾਲੇ, ਕੇਦਾਰਨਾਥ ਵਾਲੇ, ਬਾਕੀ ਲੋਕਲ ਲੋਕ ਵੀ ਆ ਗਏ ਸੀ। ਠੀਕ ਹੈ ਜੀ। ਹੁਣ ਪਤਾ ਨਹੀਂ ਕਿੰਨੇ ਕੁ ਪਹਾੜ ਡਿੱਗਣਗੇ, ਵੀ ਹੁਣ ਗੁਰਦੁਆਰੇ ਇੱਕ ਸਹਾਰਾ ਹੈ। ਹਾਂ ਬਿਲਕੁਲ ਜੀ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ। ਜਦੋਂ ਵੀ ਦੁਨੀਆ ਤੇ ਕੋਈ ਫਲੱਡ ਆਇਆ, ਕਿਤੇ ਆਫਤ ਆਈ, ਜੀ। ਭਾਵੇਂ ਹੁਣ ਕਰੋਨਾ ਵਾਇਰਸ ਦਾ ਲੈ ਲਓ, ਕਿਤੇ ਲੈ ਲਓ, ਜੀ। ਉਦੋਂ ਇਹ ਗੁਰੂ ਨਾਨਕ ਦੇ ਦਰ ਨੇ ਸਭ ਦੀ ਬਾਂਹ ਫੜੀ ਹੈ। ਇਹੀ ਲੰਗਰ ਚੱਲੇ ਆ ਜੀ ਪੂਰੀ ਦੁਨੀਆ 'ਚ ਇਹ ਜੀ। ਚੀਜ਼ ਨੂੰ ਕੋਈ ਉਹ ਨਹੀਂ ਵੀ ਅਸੀਂ ਆਪ ਵਡਿਆਈ ਕਰਦੇ ਹਾਂ। ਬਿਲਕੁਲ ਜੀ। ਇਹ ਸਿੱਖ ਧਰਮ ਨੂੰ ਮਾਣ ਹੈ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ। ਜੀ। ਜੀ। ਉਦੋਂ ਵੀ ਲੋਕ ਭੱਜ ਕੇ ਆ ਗਏ ਸੀ ਵੀ ਹੁਣ ਗੁਰਦੁਆਰਾ ਹੀ ਆਪਣਾ ਸਹਾਰਾ ਹੈ। ਠੀਕ ਹੈ ਜੀ। ਅਸੀਂ ਕਿਹਾ ਵੀ ਜੀ ਆਇਆਂ ਨੂੰ। ਜੀ। ਇੱਕ ਕੁਦਰਤੀ ਬਾਬਾ ਜੀ ਮਹਾਰਾਜ ਨੇ ਉਸ ਸਾਲ ਕਿਰਪਾ ਕਰਤੀ, ਅਸੀਂ ਰਾਸ਼ਨ ਥੋੜਾ ਵੱਧ ਲੈ ਗਏ, ਜਿਵੇਂ ਮਹਾਰਾਜ ਨੂੰ ਪਤਾ ਹੀ ਸੀ ਪਹਿਲਾਂ। ਠੀਕ ਹੈ ਜੀ, ਪਹਿਲਾਂ ਹੀ ਵੱਧ ਲੈ ਗਏ ਜੀ। ਫਾਲਤੂ ਚਲਿਆ ਗਿਆ ਸੀ। ਜੀ। ਜੀ। ਮੋਦੀਖਾਨਾ ਗੁਰੂ ਨਾਨਕ ਦਾ ਭਰੇ ਹੀ ਪਿਆ ਸੀ। ਠੀਕ ਹੈ ਜੀ। ਫਿਰ 24 ਘੰਟੇ ਲੋਹਾਂ ਚਲਾਤੀਆਂ, ਅਸੀਂ ਬਣਾਈ ਜਾਓ, ਬਦਲ ਸੰਗਤ ਲਾਈ ਗਈ, ਸੰਗਤ ਰੁਕੀ ਹੋਈ ਸੀ। ਹਾਂਜੀ ਹਾਂਜੀ। ਸੇਵਾ ਲਓ ਬਦਲ ਕੇ। ਬਿਲਕੁਲ ਬਿਲਕੁਲ। ਪੈਕਿੰਗ ਕਰਨ ਲਾਤੇ ਜੀ। ਤੇ ਫਿਰ ਅਸੀਂ ਸਕੂਲ ਖਾਲੀ ਕਰਾਏ ਜਿਹੜੇ ਉੱਥੇ ਨੇੜੇ ਆ ਜੀ। ਜੀ। ਅਸੀਂ ਕਿਹਾ ਵੀ ਸਕੂਲ ਛੁੱਟੀ ਕਰੋ ਜੀ, ਸਾਨੂੰ ਇਹਨੂੰ ਪੈਣ ਦੀ ਜਗ੍ਹਾ ਤੋਂ ਲੰਗਰ ਅਸੀਂ ਦੇਵਾਂਗੇ ਜੀ। ਮਹਾਰਾਜ ਨੇ ਸੇਵਾ ਲਈ ਉਹਨਾਂ 'ਚ ਲੰਬਾ ਸਮਾਂ ਜੀ। ਤੇ ਜਦੋਂ ਰਸਤੇ ਖੁੱਲ੍ਹ ਗਏ ਜੀ, ਫਿਰ ਅਸੀਂ ਜਿਹੜਾ ਸਮਾਨ ਬਚਿਆ ਉਹ ਫਿਰ ਕੇਦਾਰਨਾਥ ਦੇ ਏਰੀਏ ਜਿਹੜੇ ਪਿੰਡ ਪ੍ਰਭਾਵਿਤ ਹੋਏ ਸੀ ਜੀ, ਉਹ ਮੈਂ ਨਾਪ ਨਾਲ ਜਾ ਕੇ ਗੱਡੀਆਂ ਭਰ ਕੇ ਜੀ, ਉਹਨੂੰ ਫਿਰ ਟੈਂਟ, ਕੱਪੜੇ, ਹਾਂਜੀ ਰਾਸ਼ਨ ਜੀ, ਤੇ ਨਗਦ ਮਾਇਆ ਜਿਹਨੂੰ ਲੋੜ ਸੀ ਜੀ, ਉਹ ਬਕਾਇਦਾ ਰਿਕਾਰਡ ਹੈ ਸਰਕਾਰ ਕੋਲੇ। ਬਿਲਕੁਲ ਜੀ। ਤੇ ਉਹਨਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਲਿਖ ਕੇ ਦਿੱਤਾ ਵੀ ਸਾਡੇ ਪਿੰਡ ਨੂੰ ਇੰਨਾ ਕੁਝ ਮਿਲਿਆ। ਠੀਕ ਹੈ ਜੀ। ਇਹ ਕੋਈ ਨਹੀਂ ਵੀ ਜ਼ੁਬਾਨੀ ਗੱਲ ਹੈ, ਉੱਥੇ ਲਿਖਤੀ 'ਚ ਹੈਗਾ। ਉਹਨਾਂ ਨੇ ਆਪਣੇ ਲੈਟਰ ਪੈਡਾਂ ਤੇ ਸਾਈਨ ਕਰਕੇ ਮੋਹਰਾਂ ਲਾ ਕੇ ਦਿੱਤਾ ਹੋਇਆ ਵੀ ਸਾਡੇ ਪਿੰਡ 'ਚ ਇੰਨੇ ਬੰਦੇ ਨੂੰ ਸਹਾਇਤਾ ਮਿਲੀ ਹੈ। ਠੀਕ ਹੈ ਜੀ। ਉਹ ਬਕਾਇਦਾ ਉੱਥੋਂ ਦੇ ਡੀਐਮ ਦੇ ਉਹਦੇ ਵਿੱਚ ਹੈ, ਠੀਕ ਹੈ, ਰਿਕਾਰਡ ਵਿੱਚ। ਉਹਨੇ ਸਾਨੂੰ ਫਿਰ ਸਨਮਾਨਿਤ ਵੀ ਕੀਤਾ, ਲਿਖਤੀ ਰੂਪ ਸਨਮਾਨਿਤ ਕੀਤਾ ਡੀਐਮ ਨੇ। ਸਤਵਚਨ ਜੀ। ਜੀ। ਠੀਕ। ਉਦੋਂ ਮਾਝੇ ਇਦਾਂ ਸੇਵਾ ਲਈ ਸੀ। ਬਾਬਾ ਜੀ, ਇੱਕ ਉੱਥੇ ਪਾਣੀ ਦੀ ਪ੍ਰੋਬਲਮ ਹੁਣ ਤੱਕ ਰਹੀ ਆ ਜੀ। ਬਈ ਜਿਹੜਾ ਪਹਾੜੀ ਦੇ ਉੱਤੋਂ ਜਾਂ ਦੂਰੋਂ ਪੈਸੇ ਦੇ ਕੇ ਵੀ ਕੈਂਟਰ ਮੰਗਾਉਣੇ ਪੈਂਦੇ ਸੀਗੇ ਜੀ, ਜੀ। ਉਹ ਹੁਣ ਹੱਲ ਹੋ ਗਈ ਜੀ। ਕਿਰਪਾ ਹੋ ਗਈ ਮਹਾਰਾਜ ਦੀ। ਉਹ ਅੜਚਨ ਕਿਉਂ ਪਾਈ ਜਾਂਦੀ ਸੀ ਜੀ ਉੱਥੇ? ਉਹ ਬਸ ਉਹ ਮਹਾਰਾਜ ਦਾ ਹੁਕਮ ਹੀ ਸੀ ਜੀ। ਤੇ ਮਨਜ਼ੂਰੀ ਸਾਨੂੰ ਪਾਣੀ ਦੀ ਮਿਲ ਗਈ ਸੀ ਸੰਨ 2004-05 'ਚ। ਜੀ। ਸਰਦਾਰ ਸੁਖਬੀਰ ਸਿੰਘ ਸੰਧੂ ਉਦੋਂ ਸਾਡੇ ਪੰਜਾਬ ਦੇ ਹੀ ਉੱਥੇ ਉੱਤਰਾਖੰਡ ਦੀ ਸਰਕਾਰ ਵਿੱਚ ਉਹਨਾਂ ਕੋਈ ਮਹਿਕਮਾ ਸੀ। ਠੀਕ ਹੈ ਜੀ। ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੇ ਸਾਨੂੰ ਬੜਾ ਸਤਿਕਾਰ ਦਿੱਤਾ। ਸਾਨੂੰ ਫਿਰ ਉਹਨਾਂ ਨੇ ਮਨਜ਼ੂਰੀ ਲੈ ਕੇ ਦਿੱਤੀ। ਠੀਕ ਹੈ। ਜਲ ਦੀ। ਜੀ। ਜੀ। 7 ਕਿਲੋਮੀਟਰ ਤੋਂ ਪਹਿਲਾਂ 1 ਇੰਚੀ ਲਾਈਨ। ਜੀ। ਫਿਰ ਮੈਂ ਜ਼ੋਰ ਪਾਇਆ, ਫਿਰ ਉਹਨਾਂ ਨੇ 1.5 ਇੰਚੀ ਕਰਤੀ। ਠੀਕ ਹੈ ਜੀ। ਫਿਰ ਮੈਂ ਕਿਹਾ ਸਰ ਨਾਲ ਇਹ ਤਾਂ 2 ਇੰਚੀ ਪਾਵਾਂਗੇ। ਜੀ। ਚਲੋ ਸਾਨੂੰ ਮਨਜ਼ੂਰੀ ਮਿਲ ਗਈ, ਪਰ ਉਦੋਂ ਅਸੀਂ ਪਾਉਣ ਲੱਗੇ ਤਾਂ ਉਦੋਂ ਸਾਨੂੰ ਕੁਝ ਲੋਕਾਂ ਨੇ ਸਿੱਧੇ ਤਾਂ ਉਹਨਾਂ ਸਾਡਾ ਵਿਰੋਧ ਕੀਤਾ। ਉਹਨਾਂ ਨੇ ਸਾਡੇ ਨੂੰ ਫੋਰੈਸਟ ਵਾਲੇ ਸਾਡੇ ਸਾਹਮਣੇ ਕਰ ਦਿੱਤੇ। ਅੱਛਾ ਜੀ। ਜੰਗਲਾਤ ਵਾਲੇ। ਠੀਕ ਹੈ ਜੀ। ਵੀ ਤੁਸੀਂ ਰੋਕੋ, ਜੀ, ਤੁਸੀਂ ਕੋਈ ਬਹਾਨਾ ਬਣਾ ਲਓ ਕਾਨੂੰਨੀ ਤੌਰ ਤੇ, ਜੀ, ਇਹ ਲਾਈਨ ਪੈਣ ਨੂੰ ਰੁਕ ਜਾਵੇ। ਠੀਕ ਹੈ ਜੀ। ਵੀ ਜੇ ਗੁਰਦੁਆਰੇ ਪਾਣੀ ਖੁੱਲ੍ਹਾ ਆ ਗਿਆ ਤਾਂ ਸਾਡੇ ਹੋਟਲ 'ਚ ਕਿਸੇ ਨੇ ਨਹੀਂ ਆਉਣਾ, ਕਿਸੇ ਨੇ ਰਾਤ ਨਹੀਂ ਰੁਕਣਾ ਜੀ। ਉਹਦੇ ਹਾਂ ਦੇ ਉਹਦੇ ਮਤਲਬ ਤੰਗ ਸੋਚ ਸੀ ਉਹਨਾਂ ਦੀ। ਜੀ। 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 ਹਾਲਾਂਕਿ ਗੁਰਦੁਆਰਾ ਬਣਨ ਕਰਕੇ ਹੀ ਲੋਕ ਉਧਰ ਜਾਣ ਲੱਗੇ ਤਾਂ ਹੋਟਲ ਬਣੇ ਨੇ। ਤਾਂ ਹੋਟਲ ਬਣੇ ਜੀ, ਪਹਿਲਾਂ ਤਾਂ ਕੁਝ ਵੀ ਨਹੀਂ ਸੀਗਾ ਜੀ। ਤਾਂ ਹੀ ਬਣਾਇਆ ਉਹਨੇ, ਆਸ ਬਣੀ ਵੀ ਸੰਗਤ ਆਉਂਦੀ ਆ। ਹਾਂਜੀ, ਖੜਦੇ ਤਾਂ ਗੁਰਦੁਆਰੇ ਕਰਕੇ ਹੀ ਨੇ। ਗੁਰਦੁਆਰਾ ਹੁੰਦਾ ਕਿਹਨੇ ਖੜਨਾ ਸੀ? ਬਿਲਕੁਲ ਜੀ। 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 ਹੁਣ ਵੀ 30-35% ਤਾਂ ਬਾਹਰ ਸੰਗਤ ਜਾਂਦੀ ਹੈ। ਗੱਡੀ ਇੱਧਰ ਖੜਾ ਕੇ ਉੱਥੇ ਜਾ ਕੇ ਸੌਂ
ਪਾਰਕਿੰਗ ਮਿਲ ਜਾਂਦੀ, ਤੁਸੀਂ ਸੌਂ ਜਾਂਦੇ ਨੇ, ਖਾ ਵੀ ਲੈਂਦੇ ਨੇ ਉਹਨਾਂ ਦੇ। ਜੀ 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 ਜੀ। ਉਹਨੂੰ ਮਨ ਸੀ, ਉਹਨਾਂ ਫਿਰ ਜੰਗਲਾਤ ਵਾਲੇ ਅੱਗੇ ਕਰਤੇ, ਉਹਨਾਂ ਨੇ ਬਹਾਨਾ ਬਣਾਤਾ ਤੁਸੀਂ ਸਾਡੇ ਕੋਲੋਂ ਮਨਜ਼ੂਰੀ ਨਹੀਂ ਲਈ ਜੀ, ਤੁਸੀਂ ਲੈ ਨਹੀਂ ਪਾ ਸਕਦੇ। ਤੁਸੀਂ ਸਰਕਾਰ ਤੋਂ ਲੈ ਲਈ ਵੀ ਜੰਗਲਾਤ ਤੋਂ ਨਹੀਂ ਲਈ? ਜੰਗਲਾਤ ਤੋਂ ਨਹੀਂ ਲਈ। ਠੀਕ ਉਹ ਹੈ। ਪ੍ਰੋਸੀਜਰ ਸੀ ਲੰਬਾ, ਇਹ ਸੈਂਟਰ ਦਾ ਮਹਿਕਮਾ ਹੈ। ਠੀਕ ਹੈ ਜੀ। ਇਹ ਸੀਗਾ, ਇਹ ਤਾਂ ਉਹ ਜੇ ਪੁੱਛਿਆ ਕਹਿੰਦੇ ਤਾਂ ਸਾਲਾਂ ਸਾਲ ਲੱਗਣਗੇ ਮਨਜ਼ੂਰੀ ਨੂੰ। ਤਾਂ ਜੀ ਅਸੀਂ ਅਪਰੋਚ ਵੀ ਕੀਤੀ, ਉਹਦੇ ਮੰਤਰੀ ਨੂੰ ਮਿਲੇ ਅਸੀਂ, ਉਹ ਗੱਲ ਨਹੀਂ ਬਣੀ। ਠੀਕ ਹੈ ਜੀ। ਲਾਈਨ ਪਾਉਣੀ ਸ਼ੁਰੂ ਵੀ ਕੀਤੀ ਸੀ ਜੀ, ਜਿਹਦੀ ਪਾਈਪਲਾਈਨ ਦੀ ਸੇਵਾ ਸਾਰੀ ਬਹਿਰੀਨ ਦੀ ਸੰਗਤ ਨੇ ਕਰੀ ਸੀ। ਠੀਕ ਹੈ ਬਾਬਾ ਜੀ। ਉਹਦੇ ਪਲੰਬਰ ਵੀ ਭੇਜੇ, ਸੰਗਤ ਦੀ ਬੱਸ ਵੀ ਭਰ ਕੇ ਆਈ ਕਪੂਰਥਲੇ ਤੋਂ। ਠੀਕ ਹੈ ਜੀ। ਪਰ ਉਹ ਸਾਡੇ ਚੜ੍ਹਿਆ ਨਹੀਂ। ਫਿਰ 1-2 ਕਿਲੋਮੀਟਰ ਅਸੀਂ ਪਾਈ ਸੀ, ਜਦੋਂ ਲੋਕਾਂ ਨੇ ਰੌਲਾ ਪਾ ਲਿਆ ਫਿਰ ਸਾਡੇ ਪੈਪ ਵੀ ਚੱਕ ਕੇ ਲੈ ਗਏ ਜਿਹੜੇ ਪਾਏ ਹੋਏ ਸੀਗੇ ਜੀ। ਫਿਰ ਅਸੀਂ ਝਗੜਾ ਨਹੀਂ ਕੀਤਾ, ਅਸੀਂ ਕਿ ਆਪਾਂ ਇੱਥੇ ਰਹਿਣਾ ਹੈ ਜੀ, ਕਾਨੂੰਨ ਹੱਥ 'ਚ ਨਹੀਂ ਲੈਣਾ ਜੀ, ਕੋਈ ਨਹੀਂ, ਸਮਾਂ ਬਦਲ ਕੇ ਸਮਾਂ ਬਦਲੂਗਾ ਵੀ ਠੀਕ ਹੋ ਜੂ। ਬਿਲਕੁਲ ਜੀ। ਅਸੀਂ ਆਸ ਰੱਖੀ ਜੀ, ਚੁੱਪ ਕਰਕੇ ਪੈਪ ਅਸੀਂ ਸਾਂਭ ਰੱਖੇ ਜੀ। ਫਿਰ ਅਸੀਂ ਉਹ ਪੇਪਰ ਉਹੀ ਰੱਖਿਆ ਮਨਜ਼ੂਰੀ ਵਾਲਾ ਸੀ। ਫਿਰ ਰੱਖਿਆ ਵੀ ਸਾਨੂੰ ਮਨਜ਼ੂਰੀ ਮਿਲੀ ਹੋਈ ਹੈ, ਸਾਨੂੰ ਪਾਣੀ ਮਿਲਣਾ ਚਾਹੀਦਾ ਜੀ। ਅਸੀਂ ਕਈ ਵਾਰ ਉੱਥੇ ਬਰਨਾਲਾ ਸਾਹਿਬ ਵੀ ਜਦੋਂ ਗਵਰਨਰ ਰਹੇ ਨੇ ਉਹਨਾਂ ਨੂੰ ਮਿਲੇ। ਠੀਕ ਹੈ ਜੀ। ਤੇ ਹੋਰ ਵੀ ਕਈ ਉੱਥੇ ਕਈਆਂ ਨਾਲ ਗੱਲਬਾਤ ਕੀਤੀ, ਬਾਅਦ 'ਚ ਮੁੱਖ ਮੰਤਰੀ ਨੂੰ ਮਿਲਦੇ ਰਹੇ ਜੀ। ਅੱਤਵਾੜੀ ਮੁੱਖ ਮੰਤਰੀ ਨੂੰ ਮਿਲੇ, ਹੋਰ ਵੀ ਕਈਆਂ ਨੂੰ ਜੀ। ਪਰ ਉਹ ਗੱਲ ਸਿਰੇ ਨਹੀਂ ਚੜੀ। ਠੀਕ ਹੈ ਜੀ। ਉਹਦੇ ਅੰਦਰ ਜਾਂ ਤੱਕ ਪਤਾ ਨਹੀਂ ਕੀ ਸੋਚ ਸੀ ਗੁਰਦੁਆਰੇ ਪ੍ਰਤੀ ਜੀ। ਤੇ ਹੁਣ ਫਿਰ 2 ਸਾਲ ਪਹਿਲਾਂ ਅਸੀਂ ਦਿੱਲੀ ਸਿਰਸਾ ਸਾਹਿਬ ਨਾਲ ਗੱਲ ਕੀਤੀ, ਮਨਜਿੰਦਰ ਸਿੰਘ ਸਿਰਸਾ ਜੀ ਹਨਾ ਜੀ, ਤੇ ਨਾਲ ਬੀਬਾ ਹਰਸਿਮਰਤ ਕੌਰ ਜੀ ਨਾਲ। ਠੀਕ ਹੈ ਜੀ। ਉਹਨਾਂ ਨੇ ਫਿਰ ਹਾਮੀ ਭਰੀ ਵੀ ਅਸੀਂ ਤੁਹਾਡਾ ਕਾਰਜ ਕਰਾਂਗੇ। ਉਹਨਾਂ ਦੇ ਦਿਮਾਗ 'ਚ ਆ ਗਈ ਵੀ ਇਹ ਲੋੜ ਹੈ ਜੀ ਜੀ। ਤੇ ਉਹਨਾਂ ਦੇ ਇੱਥੇ ਜਿਹੜਾ CM ਸੀ ਉਹਨਾਂ ਦਾ ਹੀ ਸੀ, ਆਪਣੇ ਭਾਜਪਾ ਵਾਲਿਆਂ ਦਾ। ਹਾਂਜੀ ਹਾਂਜੀ। ਉਹਨਾਂ ਫਿਰ ਉਹਨੂੰ ਕਿਹਾ, ਅੱਛਾ ਜੀ। ਉਹਨੇ ਮਨਜ਼ੂਰੀ ਦੇਤੀ ਤੇ ਉਹਨਾਂ ਫਿਰ ਮਹਿਕਮੇ ਨੂੰ ਕਹਿ ਕੇ ਐਸਟੀਮੇਟ ਬਣਾਤਾ 35,14,000 ਦਾ ਪਾਈਪਲਾਈਨ ਜਿਹੜੀ ਪੈਣੀ ਸੀ ਵੀ ਤੁਸੀਂ ਇਹ ਜਮ੍ਹਾਂ ਕਰਾ ਦਿਓ, ਤੁਹਾਡੀ ਪਾਈਪਲਾਈਨ ਪੈ ਜੂਗੀ। ਠੀਕ ਹੈ ਜੀ। ਤੇ ਉਹ ਫਿਰ ਆਪਾਂ ਨੇ ਉਹਦਾ ਅਰੇਂਜਮੈਂਟ ਕਰਾ ਕੇ ਪੈਸੇ ਦਾ ਜੀ। ਤੇ ਉਹ ਵੀ ਫਿਰ ਆਪਣੇ ਜਿਹੜੀ ਫਿਰ ਅਸੀਂ ਮਹਿਕਮੇ ਥਰੂ ਫਿਰ ਪਵਾਈ, ਅਸੀਂ ਆਪ ਸਾਹਮਣੇ ਨਹੀਂ ਹੋਏ। ਅੱਛਾ, ਉਹਦਾ ਕੋਈ ਵਿਰੋਧ ਨਾ ਕਰੇ। ਠੀਕ ਹੈ ਜੀ, ਠੀਕ ਹੈ। ਉਹਨੇ ਫਿਰ ਟੈਂਡਰ ਭਰ ਕੇ ਅੱਗੇ ਠੇਕਾ ਦੇਤਾ ਜੀ। ਪੈਪ ਅਸੀਂ ਆਪਣੇ ਵਾਲੇ ਦੇ ਦਿੱਤੇ ਕਿ ਵੀ ਸ਼ਰਤ ਇਹ ਪੈਪ ਅਸੀਂ ਆਪਣੇ ਦੇਵਾਂਗੇ, ਆ ਵੀ ਵਧੀਆ ਕੁਆਲਿਟੀ ਦੇ, ਤੁਸੀਂ ਘਟੀਆ ਨਾ ਪਾ ਦਿਓ ਜੀ ਜੀ। ਸਾਡੇ ਕੋਲ ਵਧੀਆ ਜਿੰਦਲ ਦਾ 20 ਕਲਾਸ ਦਾ ਮੰਗਾਇਆ ਹੋਇਆ ਸੀ। ਠੀਕ ਹੈ। ਮਹਿਕਮੇ ਨਾਲ ਉਹਨਾਂ ਮਹਿੰਗਾ ਨਹੀਂ ਪੈਪ ਪਾਉਂਦੇ। ਹਾਂ, ਉਹ ਨਹੀਂ ਸਸਤਾ ਹੀ ਪਾ ਦੇਣਾ ਸੀ, ਉਹਨਾਂ ਨੇ ਵਿੱਚੋਂ ਦੇਖਣਾ ਹੈ ਨਾ ਜੀ। ਤੇ ਅਸੀਂ ਠੇਕੇਦਾਰ ਨੂੰ ਉਹ ਪੈਪ ਦੇ ਕੇ ਫਿਰ ਉਹ ਪਾਈਪਲਾਈਨ ਪਾਈ ਜੀ। ਉਹ 10 ਅਕਤੂਬਰ 2018 ਨੂੰ ਜਲ ਆਪਣੇ ਕੋਲ ਚਾਲੂ ਹੋ ਗਿਆ। ਠੀਕ ਹੈ ਜੀ। ਤੇ ਉਹ ਮਾੜੀ ਕਿਰਪਾ, ਪਹਿਲੇ ਵੀ 2-3 ਵਾਰ ਬੋਰ ਹੋਏ, ਖਰਾਬ ਹੋਏ ਜੀ, ਹੁਣ ਵਧੀਆ ਬੋਰ ਚੱਲ ਰਿਹਾ ਜੀ। ਬਾਬਾ ਜੀ, ਜਿਹੜਾ ਉੱਥੇ ਬਾਥਰੂਮਾਂ ਦੀ, ਲੈਟਰੀਨਾਂ ਦੀ ਸੇਵਾ ਹੋਈ ਆ ਪਿਛਲੇ ਸਮੇਂ 'ਚ, ਉਹ ਤਕਰੀਬਨ ਕਿੰਨੀ ਲਾਗਤ ਨਾਲ ਉਹ ਜਿਹੜੀ ਸੇਵਾ ਹੋਈ ਜੀ ਬਾਥਰੂਮਾਂ ਦੀ, ਤੇ ਉੱਥੇ ਜਿਹੜੀ ਹੁਣ ਬਿਲਡਿੰਗ ਆ ਉਹ ਕਿੰਨੇ ਮੰਜ਼ਿਲ ਦੀ ਬਣ ਚੁੱਕੀ ਆ ਤਾਂ ਕਿੰਨੀ ਹਜੇ ਬਣਨੀ ਆ ਜੀ? ਇਹ ਬਿਲਡਿੰਗ ਆਪਾਂ ਸ਼ੁਰੂ ਕੀਤੀ ਸੀ ਸੰਨ 2004 'ਚ। ਠੀਕ ਹੈ ਜੀ। ਹੁਣ 1999 ਤੇ 2000 'ਚ ਅਸੀਂ ਲਾਇਆ ਕਿਰਾਏ 'ਤੇ ਲੰਗਰ ਜੀ। ਉਦੋਂ ਫਿਰ ਸੰਗਤ ਨੇ ਮਹਿਸੂਸ ਕੀਤਾ ਵੀ ਇੱਥੇ ਗੁਰਦੁਆਰੇ ਦੀ ਵੀ ਜ਼ਰੂਰਤ ਹੈ ਜੀ। ਸਾਡਾ ਆਪਦਾ ਟਾਰਗੇਟ ਨਹੀਂ ਸੀ ਗੁਰਦੁਆਰਾ ਬਣਾਉਣਾ, ਕਿ ਸਾਨੂੰ ਸਾਡੇ ਮਾਤਾ ਪਿਤਾ ਜੀ ਨੇ ਜੀ, ਸਾਡੇ ਪਿਤਾ ਜੀ ਬੜੇ ਸਤਿਕਾਰਯੋਗ ਕਮਾਈ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਜੀ, ਤੇ ਮਾਤਾ ਜੀ ਬਹੁਤ ਕਮਾਈ ਵਾਲੇ ਮਾਤਾ ਸੁਰਜੀਤ ਕੌਰ ਜੀ ਜੀ। ਉਹਨਾਂ ਦੀ ਸਿੱਖਿਆ ਇਹ ਸੀ ਵੀ ਜਗ੍ਹਾ ਗੁਰਦੁਆਰੇ ਨਹੀਂ ਬਣਾਉਣੇ। ਠੀਕ ਹੈ ਜੀ। ਵੀ ਗੁਰਦੁਆਰੇ ਨੂੰ ਸੰਭਾਲਣ ਵਾਲੇ ਤਿਆਰ ਕਰਨੇ ਨੇ। ਠੀਕ ਹੈ ਜੀ। ਇਹੀ ਸਿੱਖਿਆ ਸੀ ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲਿਆਂ ਦੀ। ਬਿਲਕੁਲ। ਉਹਨਾਂ ਨੇ ਵੀ ਗੁਰਦੁਆਰੇ ਨਹੀਂ ਬਣਾਏ ਜੀ। ਉਹ ਕਹਿੰਦੇ ਗੁਰਦੁਆਰੇ ਸਾਂਭਣ ਵਾਲੇ ਤਿਆਰ ਕਰੋ, ਸਿੱਖੀ ਨੂੰ ਵਾਧਾ ਕਰੋ ਜੀ ਜੀ। ਕਹਿੰਦੇ ਬਿਲਡਿੰਗ ਇੱਟਾਂ ਨਹੀਂ ਕਹਿੰਦੇ ਖੜੀਆਂ, ਕਹਿੰਦੇ ਬਹੁਤ ਨੇ, ਕਹਿੰਦੇ ਪਹਿਲਾਂ ਹੀ ਉਹੀ ਸਾਂਭੇ ਜਾਣ ਜੀ ਜੀ। ਅਸੀਂ ਉਹ ਲੜ ਬੰਨੀ ਹੋਈ ਹੈ। ਠੀਕ ਹੈ ਜੀ। ਇਸ ਕਰਕੇ ਅਸੀਂ ਉੱਥੇ ਗੁਰਦੁਆਰਾ ਬਣਾਉਣ ਨਹੀਂ ਗਏ ਸੀ ਜੀ, ਸਿਰਫ ਲੰਗਰ ਦੀ ਭਾਵਨਾ ਵੀ ਲੰਗਰ ਲਾਇਆ ਕਰਾਂਗੇ ਤੇ ਆ ਜਾ ਕਰਾਂਗੇ। ਠੀਕ ਹੈ ਜੀ। ਉਹ 2 ਸਾਲ ਬਾਅਦ ਸੰਗਤ ਉੱਥੇ ਇੰਨੀ ਰੁਕੀ ਜੀ, ਮੀਂਹ ਪਏ ਤੇ ਰਸਤੇ ਬੰਦ ਹੋਏ, ਤੰਬੂਆਂ ਵਿੱਚ ਹੀ। ਠੀਕ ਹੈ ਜੀ। ਬਹੁਤ ਜ਼ਿਆਦਾ ਸੰਗਤ, ਬਾਹਰਲੇ ਵਿਦੇਸ਼ਾਂ ਦੇ ਪਰਿਵਾਰ ਵੀ ਜੀ। ਉਹ ਕਹਿੰਦੇ ਬਾਬਾ ਜੀ ਵੀ ਇੱਥੇ ਗੁਰਦੁਆਰੇ ਬਿਨਾਂ ਸਰਨਾ ਨਹੀਂ ਜੀ, ਵੀ ਕਦੇ ਵੀ ਇੱਦਾਂ ਦਾ ਸਮਾਂ ਆ ਸਕਦਾ, ਅਸੀਂ ਕਿੱਥੇ ਹੋਟਲਾਂ ਜਾਵਾਂਗੇ, ਪਰੇਸ਼ਾਨ ਹੋਵਾਂਗੇ, ਗੁਰਦੁਆਰਾ ਬਣਾਓ ਜੀ। ਅਸੀਂ ਬਹੁਤ ਮਨਾ ਕੀਤਾ। ਉਹ ਕਹਿੰਦੇ ਨਹੀਂ, ਜੇ ਸੇਵਾ ਤੋਂ ਲੈਣੀ, ਉਹਨੇ ਜਕਾਰੇ ਛੱਡ ਤੇ ਆਪੇ ਹੀ ਮਤਾ ਪਾਤਾ। ਠੀਕ ਹੈ ਜੀ। ਕਹਿੰਦੇ ਸਾਡੇ ਸੰਗਤ ਦਾ ਗੁਰਮਤ ਹੈ, ਤੁਹਾਨੂੰ ਗੁਰਦੁਆਰਾ ਬਣਾਉਣਾ ਪੈਣਾ। ਠੀਕ ਹੈ ਜੀ। ਕਹਿੰਦੇ ਤੁਹਾਡੇ ਨਾਲ ਖੜਾਂਗੇ, ਫਿਕਰ ਨਾ ਕਰੋ, ਤੁਹਾਡੇ ਨਾਲ ਸਹਿਯੋਗ ਦੇਵਾਂਗੇ। ਠੀਕ ਹੈ ਜੀ। ਤੇ ਫਿਰ ਅਮਰੀਕਾ ਦੀ ਸੰਗਤ ਨੇ ਸਾਨੂੰ ਬੁਲਾਇਆ, ਉਹਨਾਂ ਨੇ 9 ਲੱਖ ਰੁਪਇਆ ਇਕੱਠਾ ਕਰਕੇ ਜਿਹੜੇ ਪਹਿਲੇ ਪਲਾਟ ਆਪਣੇ ਰਜਿਸਟਰੀ ਹੋਈ ਨਿਸ਼ਾਨ ਸਾਹਿਬ ਵਾਲੇ ਦੀ ਜੀ, ਉਹ ਉਹਨਾਂ ਨੇ ਉੱਥੋਂ ਕੀਤੀ। ਠੀਕ ਹੈ ਜੀ। ਇਹ 2001 'ਚ ਅਸੀਂ ਉੱਥੇ ਲੰਗਰ ਹੋਏ ਜਗ੍ਹਾ 'ਚ ਲਾਇਆ। ਠੀਕ ਹੈ ਜੀ। ਨਿਸ਼ਾਨ ਸਾਹਿਬ ਚਾੜ ਕੇ। ਹਾਂਜੀ ਹਾਂਜੀ। 2004 'ਚ ਫਿਰ ਆਪਾਂ ਨੇ ਬਿਲਡਿੰਗ ਸ਼ੁਰੂ ਕੀਤੀ ਆ ਜੀ, ਜਿਹੜੀ 11-12 ਤੱਕ ਇਹ 5 ਮੰਜ਼ਲੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ। 55 ਕਮਰੇ, ਵੱਡੇ ਵੱਡੇ ਹਾਲ, ਸਾਰੇ ਅਟੈਚ ਜੀ ਜੀ। ਥੱਲੇ ਵਾਲਾ ਬੇਸਮੈਂਟ ਆ ਜਿਹੜਾ, ਉਹਦੇ ਸਟੋਰ ਬਣਾਤੇ ਨੇ, ਖਾਨੇ ਬਣਾਤੇ ਨੇ ਜੀ। ਤੇ 2016 'ਚ ਆਪਾਂ ਨੇ ਰੱਖਿਆ ਜੀ
ਇਹਦਾ ਆਪਣੇ ਨੀਂਹ ਪੱਥਰ ਬਾਥਰੂਮਾਂ ਦਾ ਜੀ। ਤੇ ਉਹ ਵੀ ਸਾਨੂੰ ਇੰਗਲੈਂਡ ਤੋਂ ਸੰਗਤ ਨੇ ਸਹਿਯੋਗ ਦਿੱਤਾ ਹੈ। ਠੀਕ ਹੈ। ਉੱਥੇ ਮੈਂ ਉਹਨਾਂ ਨੂੰ ਇੱਕ ਵਾਰ ਕਿਹਾ ਸੀ ਵੀ ਸਾਨੂੰ ਇੱਥੇ ਵਾਸਤੇ ਵੀ ਐਂਬੂਲੈਂਸ ਦਿਓ, ਵੀ ਸਾਨੂੰ ਸੰਗਤ ਕਈ ਵਾਰ ਐਕਸੀਡੈਂਟ ਹੁੰਦੇ ਨੇ, ਸਰਕਾਰ ਕੋਲ ਇੰਨਾ ਅਰੇਂਜਮੈਂਟ ਹੈ ਨਹੀਂ ਜੀ। ਉਹਨਾਂ ਨੇ ਦਿਮਾਗ 'ਚ ਰੱਖੀ। ਫਿਰ ਮੈਨੂੰ ਫੋਨ ਆਇਆ ਉਹਨਾਂ ਦਾ ਜੀ। ਉੱਥੇ ਆਪਣੇ ਸਾਊਥ ਹਾਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਨੇ ਸਰਦਾਰ ਗੁਰਮੇਲ ਸਿੰਘ ਮੱਲੀ ਜੀ। ਠੀਕ ਹੈ ਜੀ। ਸਾਡੇ ਪਿਆਰ ਵਾਲੇ ਨੇ ਬੜੇ, ਮੈਂ ਵੀ ਉੱਥੇ ਕਥਾ ਕਰਨ ਜਾਂਦਾ ਜੀ। ਤੇ ਮਹਾਰਾਜ ਦੀ ਕਿਰਪਾ, ਵੱਡੇ ਮਹਾਂਪੁਰਖ ਸਿੱਖਿਆ ਨਾਲ 40 ਮੁਲਕਾਂ 'ਚ 45 ਮੁਲਕਾਂ ਹੁਣ ਤੱਕ ਦਰਸ਼ਨ ਹੋਏ ਨੇ 7 ਵਜੇ ਕਥਾ ਕੀਰਤਨ ਜੀ ਜੀ। ਬੜਾ ਪਿਆਰ ਮਿਲਿਆ ਜੀ, ਸਹਿਯੋਗ ਵੀ ਦਿੱਤਾ ਬੜਾ ਸੰਗਤਾਂ ਨੇ। ਤੇ ਉਹਨਾਂ ਦਾ ਫੋਨ ਆਇਆ, ਕਹਿੰਦੇ ਬਾਬੇ ਤੁਸੀਂ ਕਹਿੰਦੇ ਸੀ ਵੀ ਐਂਬੂਲੈਂਸ ਨੂੰ ਵੀ ਹੁਣ ਦੱਸੋ ਵੀ ਸਾਡੇ ਕੋਲ ਕਹਿੰਦੇ ਵੀ ਮਾਇਆ ਹੈਗੀ ਇਕੱਠੀ ਹੋਈ। ਠੀਕ ਹੈ ਜੀ। ਉਹ ਇਕੱਠੀ ਹੋਈ ਸੀ ਉਹਨਾਂ ਕੋਲ 2013 ਫਲੱਡ ਵੇਲੇ। ਠੀਕ ਹੈ ਜੀ। ਸੰਗਤ ਉਹਨਾਂ ਕੋਲ ਜਮ੍ਹਾਂ ਕਰਾਤਾ, ਲਓ ਜੀ ਸਾਡਾ ਵੀ ਭੇਜ ਦਿਓ ਉੱਥੇ। ਹਾਂਜੀ ਹਾਂਜੀ। ਉਹਨਾਂ ਕੋਲ ਉੱਥੇ ਇੱਕ ਸੰਗਤ ਟੀਵੀ ਟਰਸਟ ਹੈ ਜੀ, ਉਹਨਾਂ ਕੋਲ 40 ਲੱਖ ਰੁਪਏ ਇਕੱਠਾ ਹੋਇਆ ਸੀ ਇੰਡੀਆ ਦਾ। ਠੀਕ ਹੈ ਜੀ। ਉਹ ਕਹਿੰਦੇ ਵੀ ਦੱਸੋ ਵੀ ਐਂਬੂਲੈਂਸ ਲੈ ਕੇ ਦਈਏ। ਮੈਂ ਕਿਹਾ ਜੀ ਉਹ ਤਾਂ ਐਂਬੂਲੈਂਸ ਹੁਣ 108 ਇੱਥੇ ਚੱਲ ਪਏ ਨੇ ਜੀ, ਉਹਦਾ ਹੁਣ ਫਾਇਦਾ ਨਹੀਂ ਕੋਈ ਪੈਸਾ ਖਰਚਣ ਦਾ ਜੀ। ਕਹਿੰਦੇ ਹੋਰ ਸੇਵਾ ਦੱਸੋ ਵੀ ਅਸੀਂ ਉਹ ਉੱਤਰਾਖੰਡ ਵਾਸਤੇ ਮਾਇਆ ਆਈ, ਅਸੀਂ ਉੱਤਰਾਖੰਡ 'ਚ ਲਾਉਣਾ ਚਾਹੁੰਦੇ ਹਾਂ ਉਹਨੂੰ। ਠੀਕ ਹੈ ਜੀ। ਜੋ ਮਾਇਆ ਕਿਤੇ ਹੋਰ ਨਾ ਲੱਗੇ, ਜਿਹੜੀ ਭਾਵਨਾ ਨਾਲ ਆਈ ਹੈ ਜੀ ਜੀ। ਫਿਰ ਮੈਂ ਬੇਨਤੀ ਕਰੀ ਵੀ ਇੱਥੇ ਵੀ ਬਾਥਰੂਮਾਂ ਦੀ ਕਮੀ ਆ ਜੀ, ਵੀ ਅੱਜ ਦੇ ਜ਼ਮਾਨੇ ਮੁਤਾਬਕ ਸੰਗਤ ਨੂੰ ਬਾਥਰੂਮ ਨਹੀਂ ਹੈਗੇ। ਹਾਂਜੀ। ਫਿਰ ਜੇ ਤੁਸੀਂ ਮਾਇਆ ਖਰਚਿਆਂ ਤਾਂ ਬਾਥਰੂਮ ਬਣਵਾ ਦਿਓ ਜੀ। ਉਹ ਕਹਿੰਦੇ ਠੀਕ ਆ, ਤੁਸੀਂ ਕਹਿੰਦੇ ਬਣਾਉਣ ਦਾ ਪ੍ਰਬੰਧ ਕਰੋ, ਵੀ ਅਸੀਂ ਮਾਇਆ ਭੇਜ ਦਿੰਦੇ ਹਾਂ। ਠੀਕ ਹੈ ਜੀ। ਫਿਰ ਅਸੀਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲ ਨੂੰ ਬੇਨਤੀ ਕੀਤੀ ਜੀ। ਉਦੋਂ ਉਹ ਵੀ ਇੰਗਲੈਂਡ ਗਏ ਹੋਏ ਸੀ। ਠੀਕ ਹੈ ਜੀ। ਮੈਂ ਵੀ ਫੋਨ 'ਤੇ ਗੱਲ ਕਰੀ, ਉਹ ਟਰਸਟ ਵਾਲਿਆਂ ਨੇ ਵੀ ਉਹਨਾਂ ਨਾਲ ਗੱਲ ਕੀਤੀ। ਠੀਕ ਹੈ ਜੀ। ਤੁਹਾਡੇ ਕੋਲ ਸਿਸਟਮ ਹੈ, ਮਿਸਤਰੀ ਨੇ, ਮਸ਼ੀਨਰੀ ਆ, ਸਾਰਾ ਕੁਛ ਹੈਗਾ ਜੀ, ਤੁਸੀਂ ਬਣਾ ਦਿਓ, ਇਹ ਮਾਇਆ ਅਸੀਂ ਦਿੰਦੇ ਹਾਂ। ਉਹ 40 ਲੱਖ ਉਹ ਉਹਨਾਂ ਦਾ ਉੱਥੋਂ ਦਿੱਤਾ ਲੈ ਕੇ ਜੀ। ਉਹਨਾਂ ਦਾ ਉੱਥੇ ਆਪਣੇ ਬੜੂ ਸਾਹਿਬ ਵਾਲਿਆਂ ਕੋਲ ਇੱਥੇ ਅਕਾਊਂਟ ਜਮ੍ਹਾਂ ਕਰਾਇਆ ਹੋਇਆ ਸੀ ਉਹ। ਠੀਕ ਹੈ ਜੀ। ਉਹ ਕਢਾ ਕੇ ਦਿੱਤਾ ਜੀ। ਹੋਰ ਸੰਗਤ ਤੋਂ ਮਤਲਬ ਕਰੋੜ ਤੋਂ ਉਹਦੇ ਉੱਤੇ ਜ਼ਿਆਦਾ ਖਰਚਾ ਆ ਗਿਆ। ਕੁੱਲ ਕਿੰਨੇ ਬਾਥਰੂਮ ਬਾਬਾ ਜੀ? ਉਹ ਬਾਥਰੂਮ ਜੀ ਆਪਣੇ 7 ਜੀ। ਆਪਣੇ ਉਹਦੇ ਵਾਲੇ ਇੰਗਲਿਸ਼ ਸ਼ੀਟਾਂ ਜੀ, ਜਿਹੜੀਆਂ ਵਾਲ ਸ਼ੀਟਾਂ ਨੇ ਜੀ, ਤੇ ਨਾਲ ਹੀ ਫਲੋਰ ਸ਼ੀਟਾਂ ਜੀ ਇੱਕ ਪਾਸੇ, ਇਦਾਂ ਹੀ ਫਿਰ ਬੀਬੀਆਂ ਵਾਲੇ ਪਾਸੇ। ਹਾਂਜੀ ਹਾਂਜੀ। ਤੇ ਨਾਲ ਹੀ ਬਾਥਰੂਮ, ਇਸ਼ਨਾਨ ਘਰ ਵੀ ਨਾਲ ਹੀ, ਔਰ ਵਧੀਆ ਜਗੂਆਰ ਦਾ ਸਮਾਨ ਲਾ ਕੇ ਅੱਜ ਦੇ ਮੁਤਾਬਕ ਲੇਟੈਸਟ। ਹਾਂਜੀ ਹਾਂਜੀ। ਤੇ ਉਹਦੇ ਫਾਊਂਡੇਸ਼ਨ ਇੰਨੀ ਮਜ਼ਬੂਤ ਚੱਕੀ ਹੈ, ਭਾਵੇਂ ਉਹਦੇ ਉੱਤੇ ਆਪਾਂ ਹੁਣ ਹੋਰ ਬਿਲਡਿੰਗ ਵੀ ਬਣਾ ਲਈਏ, ਰਿਹਾਇਸ਼ੀ ਕਮਰੇ। ਠੀਕ ਹੈ। ਇੰਨੀ ਤਕੜੀ ਫਾਊਂਡੇਸ਼ਨ ਬਣਾਈ ਹੈ। ਠੀਕ ਹੈ ਜੀ। ਔਰ ਬਹੁਤ ਵਧੀਆ ਢੰਗ ਦੇ ਜੀ। ਜਦੋਂ ਓਪਨ ਹੋਈ ਫਿਰ 2017 'ਚ ਜੀ ਜੀ। 1 ਸਾਲ ਲੱਗਿਆ ਜੀ ਉਹਨੂੰ। ਠੀਕ ਹੈ ਜੀ। 22 ਅਗਸਤ ਨੂੰ ਸ਼ੁਰੂ ਹੋਇਆ ਸੀ 16 'ਚ, ਤੇ 20 ਅਗਸਤ ਨੂੰ 17 'ਚ ਉਹ ਪੂਰਾ ਹੋਇਆ। ਠੀਕ ਹੈ ਜੀ। 1 ਸਾਲ ਲੱਗ ਗਿਆ ਜੀ ਜੀ। ਫਿਰ ਸਾਰਾ ਪ੍ਰਸ਼ਾਸਨ ਉੱਥੋਂ ਦਾ, ਇੱਥੋਂ ਸੰਗਤਾਂ ਦਿੱਲੀ ਤੋਂ ਬੜੀਆਂ ਗਈਆਂ ਬੱਸਾਂ 'ਚ, ਦੇਹਰਾਦੂਨ ਤੋਂ ਜੀ, ਇੱਥੋਂ ਵੀ ਸੰਗਤ ਗਈ ਜੀ। ਤੇ ਉਹ ਸਾਰੇ ਖੁਸ਼ ਹੋਏ, ਕਹਿੰਦੇ ਤੁਸੀਂ ਇਹਨਾਂ ਕਹਿੰਦੇ ਪਹਾੜਾਂ 'ਚ ਪਹਿਲੀ ਵਾਰ ਕਹਿੰਦੇ ਇੰਨੇ ਵਧੀਆ ਬਾਥਰੂਮ ਦੇਖ, ਬਹੁਤ ਖੁਸ਼ ਹੋਏ। ਤੇ ਬਾਬਾ ਵਿਦੇਸ਼ਾਂ 'ਚ ਕਿੱਥੇ ਕਿੱਥੇ ਜਾ ਕੇ ਆਪ ਜੀ ਨੇ ਸੇਵਾ ਨਿਭਾਈ ਕੀਰਤਨ ਦੀ, ਕਥਾ ਦੀ, ਔਰ ਨਾਲ ਮੈਂ ਦੇਖਿਆ ਸ਼ਾਇਦ ਬਾਹਰ ਕਈ ਪਾਰਲੀਮੈਂਟਾਂ ਦੇ ਵਿੱਚ ਵੀ ਆਪ ਜੀ ਦੇ ਹੋਏ ਆ ਜੀ ਸੰਵਾਦ। ਬਸ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਮਹਾਰਾਜ ਦੀ ਮਹਾਰਾਜ ਦੇ ਬਾਣੇ ਦਾ ਸਤਿਕਾਰ ਹੈ, ਸਾਨੂੰ ਕੌਣ ਜਾਣਦਾ ਸੀ ਜੀ। ਇੰਗਲੈਂਡ ਦੀ ਪਾਰਲੀਮੈਂਟ ਨੇ ਮੈਨੂੰ 2005 'ਚ ਬੁਲਾਇਆ ਸੀ, ਮੈਂ ਤੇ ਛੋਟੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਜੀ। ਉਹ ਅਸੀਂ 16 ਨਵੰਬਰ ਨੂੰ 2005 'ਚ ਉੱਥੇ ਭਾਸ਼ਣ ਦਿੱਤਾ। ਠੀਕ ਹੈ ਜੀ। ਉਹਨਾਂ ਮੈਨੂੰ ਪੈਸਟੀਸਾਈਡ 'ਤੇ ਬੁਲਾਇਆ ਸੀ, ਵੀ ਤੁਹਾਡੇ ਜਿਹੜੇ ਪੰਜਾਬ ਸਪਰੇਹਾਂ ਇਹ ਕੈਮੀਕਲ ਵਰਤੇ ਜਾਂਦੇ ਨੇ ਫਸਲ 'ਤੇ ਜੀ, ਵੀ ਉਹਨਾਂ ਦਾ ਸਾਡੇ ਸਰੀਰ 'ਤੇ ਸਿਹਤ 'ਤੇ ਕੀ ਅਸਰ ਪੈਂਦਾ। ਠੀਕ ਹੈ ਜੀ। ਕਿ ਉਹ ਸਾਡੇ ਵਾਸਤੇ ਲਾਭਕਾਰ ਨੇ ਜਾਂ ਸਾਡੇ ਵਾਸਤੇ ਉਹ ਨੁਕਸਾਨਦਾਇਕ ਨੇ ਜੀ। ਉਹਦੇ ਉੱਤੇ ਦਾਸ ਨੇ ਮੈਂ ਬੋਲਿਆ ਸੀ ਉਹਦੇ ਵਿੱਚ ਜੀ। ਤੇ ਉਹ 140 MPਆਂ ਦਾ ਬੈਂਚ ਸੀ ਬਣਿਆ ਹੋਇਆ, ਗਰੁੱਪ ਜਿਹਨੂੰ ਕਹਿ ਲਈ ਆਪਾਂ। ਠੀਕ ਹੈ ਜੀ। ਉਹਦਾ ਚੇਅਰਮੈਨ ਸੀ ਜੌਨ ਮੈਕਡੋਨਲਡ, ਉੱਧਰਲਾ ਜੀ। ਹਾਂ ਉੱਧਰਲਾ ਜੀ, ਮਦਰੇ ਜਕੱਦ ਦਾ। ਠੀਕ ਹੈ ਜੀ। ਉਹ ਸਾਰਾ ਇਹ ਅਰੇਂਜਮੈਂਟ ਕਰ ਰਿਹਾ ਸੀ। ਉਹ ਸਾਨੂੰ ਜਿਹੜਾ ਵੀਜ਼ਾ ਵੀ ਸਾਨੂੰ ਉਹ ਪਾਰਲੀਮੈਂਟ ਵੱਲੋਂ ਆਇਆ ਸੀ। ਠੀਕ ਹੈ ਜੀ। ਸਪੈਸ਼ਲ ਜੀ। ਮੇਰੇ ਸਟੈਂਪ ਲੱਗੀ ਆ, ਉਹ ਪਾਰਲੀਮੈਂਟ ਦੇ ਨਾਂ 'ਤੇ ਲੱਗੀ ਹੋਈ ਹੈ। ਠੀਕ ਹੈ ਜੀ। ਅਸੀਂ ਦੋਨੋਂ ਇੱਦਾਂ ਹੀ ਅਸੀਂ ਬਾਣਾ ਪਾ ਕੇ, ਭਗਵਾਂ ਬਾਣਾ ਪਾ ਕੇ ਗਏ ਸੀ ਦੋਨੇ ਪਾਰਲੀਮੈਂਟ 'ਚ ਜੀ। ਉਹ ਕਹਿੰਦੇ ਸਾਡੀ ਪਾਰਲੀਮੈਂਟ ਦਾ ਰਿਕਾਰਡ ਹੈ ਵੀ ਚੋਲੇ ਵਾਲੇ ਸੰਤ ਪਹਿਲੀ ਵਾਰ ਪਾਰਲੀਮੈਂਟ 'ਚ ਆਏ ਨੇ। ਠੀਕ ਹੈ। ਇਸ ਬਾਣੇ 'ਚ ਜੀ ਜੀ ਜੀ। ਤੇ ਉੱਥੇ ਫਿਰ ਮਾਂ ਦੀ ਕਿਰਪਾ ਕੀਤੀ। ਉਹਨਾਂ ਨੇ ਪਹਿਲਾਂ 2-3 ਬੰਦੇ ਪਹਿਲਾਂ ਉਹਨਾਂ ਨੇ ਬੁਲਾਏ, 2-2 ਮਿੰਟ ਦਿੱਤੇ ਉਹਨਾਂ ਨੂੰ। ਠੀਕ ਹੈ ਜੀ। ਤੇ ਮੈਨੂੰ ਦਿੱਤੇ ਉਹਨੇ 20 ਮਿੰਟ। ਠੀਕ ਹੈ ਜੀ। ਉਹ ਜਿਹੜਾ ਜੌਨ ਮੈਕਡੋਨਲਡ ਸੀ ਉਹੀ ਆਪ ਅਨਾਉਂਸ ਕਰਦਾ ਸੀ। ਠੀਕ ਹੈ ਜੀ। ਤੇ ਚਲੋ ਮਾਰੇ ਸੇਵਾ ਲਈ, ਨਾਲ ਦੇ ਸਾਰੇ ਟੀਵੀਆਂ 'ਤੇ ਉਹ ਹੋ ਰਿਹਾ ਸੀ, ਲਾਈਵ ਹੋ ਰਿਹਾ ਸੀ ਜੀ। ਤੇ ਉਹ ਮੈਂ ਦੱਸਿਆ, ਮੈਂ ਕਿਹਾ ਵੀ ਇਹ ਫਲਾਣੀ ਦਵਾਈ ਫਲਾਣੀ ਉਹ 'ਤੇ ਸਪਰੇਅ ਕਰਦੇ ਹਾਂ,
ਵੀ ਫਲਾਣੀ ਦਵਾਈ ਫਲਾਣੀ ਫਸਲ ਦੇ ਸਪਰੇਅ ਕਰਦੇ ਆ, ਫਲਾਂ ਤੇ ਆ ਹੁੰਦੇ। ਮੇਰੇ 9 ਜਾਤ ਸੀ ਜੀ, ਉਹ ਹੈਰਾਨ ਹੋ ਕਹਿੰਦੇ ਵੀ ਤੁਹਾਨੂੰ ਇੰਨੀ ਨੌਲੇਜ ਕਿਵੇਂ ਇਹਨਾਂ ਚੀਜ਼ਾਂ ਦੀ ਜੀ। ਤੁਸੀਂ ਤਾਂ ਇੱਥੇ ਸੰਤੋਂ ਕੀਰਤਨ ਕਰਨ ਵਾਲੇ ਜੀ। ਕਹਿੰਦੇ ਅੱਜ ਤੱਕ ਅਸੀਂ ਦੇਖਿਆ ਵੀ ਸੰਤ ਸਿਰਫ ਵੀ ਕੀਰਤਨ ਕਰਦੇ ਨੇ ਜੀ, ਜਾਂ ਫਿਰ ਕਾਰ ਸੇਵਾ ਦੀ ਮਾਇਆ ਲੈ ਕੇ ਜਾਂਦੇ ਨੇ, ਜੀ, ਜੀ, ਪ੍ਰਚਾਰ ਕਰਦੇ ਨੇ। ਕਹਿੰਦੇ ਆਹ ਕੰਮ ਨਹੀਂ ਸੁਣਿਆ ਵੀ ਤੁਹਾਨੂੰ ਜਨਰਲ ਨੌਲੇਜ ਕਿੱਥੋਂ ਹੈ। ਜੀ। ਮੈਂ ਕਿਹਾ ਜੀ ਮੈਂ ਫਾਰਮਰ ਹਾਂ। ਹਾਂ ਬਿਲਕੁਲ ਜੀ। ਪਹਿਲਾਂ ਜੀ, ਮੈਂ ਹੱਥੀਂ ਸੇਵਾ ਕਰਦਾ। ਜੀ, ਜੀ, ਮੈਨੂੰ ਤਾਂ ਗਿਆਨ ਹੈ, ਮੈਂ ਇਹ ਸਪਰੇਆਂ ਖੁਦ ਕਰਦਾ। ਜੀ, 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 ਬਹੁਤ ਖੁਸ਼ ਹੋਏ ਉਹ ਜੀ। ਤੇ ਮੇਰੇ ਫਿਰ ਜਦ ਬਾਹਰ ਨਿਕਲੇ ਮੈਨੂੰ ਸਨਮਾਨ ਵੀ ਕਰਿਆ ਸਾਨੂੰ ਦੋਨਾਂ ਨੂੰ ਉਹਨਾਂ ਨੇ। ਜੀ। ਫਿਰ ਬਾਹਰ ਉਹ ਸਾਰੇ MP ਲਾਈਨ ਲਾ ਕੇ ਖੜ ਗਏ ਆਪਦੇ VITING ਕਾਰਡ ਹੱਥਾਂ 'ਚ ਫੜ ਕੇ। ਅੱਛਾ ਜੀ। ਮੇਰੇ ਫੜ ਹੱਥ ਚੁੰਮੀ ਜਾਣ ਉਹ। ਜੀ। ਤੇ ਨਾਲ ਕਹਿਣਾ VITING ਕਾਰਡ ਲਓ ਜੀ, ਕੋਈ ਸੇਵਾ ਦੱਸਿਓ। ਜੀ। ਮੈਂ ਕਿਹਾ ਜੀ ਕਿਹੜਾ ਤੇ ਰਿਸ਼ਤੇਦਾਰੀ ਪਾਉਣੀ ਹੈ, ਤਾਂ ਆਹੀ ਕੰਮ। ਹਾਂ ਬਿਲਕੁਲ ਜੀ। ਵੈਲਫੇਅਰ ਦੇ ਕੰਮ ਕਰਨੇ ਨੇ। ਜੀ। ਮਹਾਰਾਜ ਕਰਾਈ ਜਾਣਗੇ ਜਿੱਤੇ ਕਰਾਉਣੇ ਮਹਾਰਾਜ ਨੇ। ਜੀ, ਜੀ, ਜੀ। ਕਿਉਂ ਸੇਵਾ ਲਈ ਸੀ। ਜੀ। ਵਾਈਟ ਹਾਊਸ 'ਚ ਵੀ ਮਹਾਰਾਜ ਨੇ ਮਾਣ ਸਤਿਕਾਰ ਬਖਸ਼ਿਆ ਅਮਰੀਕਾ 'ਚ। ਠੀਕ ਹੈ ਜੀ। ਤੇ ਹੋਰ ਬਹਿਰੀਨ ਦੇ ਸ਼ੇਖ ਨੇ, ਦੁਬਈ ਦੇ ਸ਼ੇਖ ਜੀ, ਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਮੈਨੂੰ ਸਨਮਾਨ ਕੀਤਾ। ਠੀਕ ਹੈ ਜੀ। ਬਹੁਤ ਜ਼ਿਆਦਾ ਮੁਲਕਾਂ 'ਚ ਜੀ। ਸਾਰੇ ਯੂਰਪ ਦਰਸ਼ਨ ਕਰਾਏ ਨੇ ਮਹਾਰਾਜ ਨੇ ਜੀ। ਤੇ ਅਮਰੀਕਾ, ਇੰਗਲੈਂਡ, ਇਧਰ ਏਸ਼ੀਅਨ ਕੰਟਰੀਆਂ ਸਾਰੀਆਂ ਜੀ, UAE ਕੰਟਰੀਆਂ ਜੀ, ਕੁੱਲ ਮਿਲਾ ਕੇ ਮਹਾਰਾਜ ਨੇ 45 ਮੁਲਕਾਂ ਸੇਵਾ ਲਈ ਹੈ। ਠੀਕ ਹੈ ਮਹਾਰਾਜ। ਤੇ ਹੁਣ ਤਾਂ ਜਹਾਜ਼ ਚੜ੍ਹਦੇ ਥੱਕੇ ਪਏ ਆ। ਹਾਂਜੀ, ਹੁਣ ਤਾਂ ਜਹਾਜ਼ ਉੱਦਾਂ ਵੀ ਖੜ ਗਏ, ਆਪ ਵੀ ਥੱਕੇ ਪਏ ਜੀ ਕਰੋਨਾ ਕਰਕੇ। ਉਹ ਤਾਂ ਜਹਾਜ਼ ਹੀ ਥੱਕ ਗਏ। ਜਹਾਜ਼ ਹੀ ਥੱਕ ਗਏ। ਤੇ ਬਾਬਾ ਜੀ ਇੱਕ ਮੈਂ ਹੁਣ ਥੋੜ੍ਹੀ ਜਿਹੀ ਗੱਲ, ਆਪਾਂ ਜਿਹੜੇ ਹੁਣ ਇੱਕ ਸਰਕਾਰ ਨੇ ਬਿੱਲ ਪਾਸ ਕਰ ਦਿੱਤੇ ਹੈ ਜੀ, ਜਿਹੜੇ ਕਿਸਾਨਾਂ ਦੇ ਹੱਕ 'ਚ ਕਹਿੰਦੇ ਅਸੀਂ ਤਾਂ ਹੱਕ 'ਚ ਕੀਤੇ ਆ, ਪਰ ਕਿਸਾਨ ਰੇਲ ਦੀਆਂ ਪਟੜੀਆਂ 'ਤੇ ਬੈਠੇ ਆ, ਟੋਲ ਪਲਾਜ਼ਿਆਂ 'ਤੇ ਬੈਠੇ ਆ, ਧਰਨਿਆਂ 'ਤੇ ਬੈਠੇ ਆ। ਇਹਦੇ ਵਿੱਚ ਬਾਬਾ ਜੀ ਆਪਾਂ ਜ਼ਰੂਰ ਕੋਈ ਨਾ ਕੋਈ ਸਰਕਾਰ ਨੂੰ ਵੀ ਆਪਾਂ ਆਪਣੇ ਵੱਲੋਂ ਵੀ ਅਪੀਲ ਕਰੀਏ ਬਈ ਜੋ ਕਿਸਾਨ ਕਹਿੰਦੇ ਉਹ ਠੀਕ ਹੈ ਜਾਂ ਜੋ ਸਰਕਾਰ ਕਹਿੰਦੀ ਉਹ ਠੀਕ ਹੈ ਜੀ। ਇਹਦੀ ਬਾਬਤ ਆਪ ਜੀ ਨੂੰ ਕੀ ਲੱਗਦਾ ਜੀ? ਇਹ ਦੇਖੋ, ਜਿਹੜਾ ਕਿਸਾਨ ਹੈ ਜੀ, ਦੂਜੇ ਨੰਬਰ 'ਤੇ ਮਜ਼ਦੂਰ ਹੈ ਜੀ, ਇਹ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਬਿਲਕੁਲ ਜੀ। ਇਹਨਾਂ ਬਿਨਾਂ ਸਮਾਜ ਨਹੀਂ ਚੱਲ ਸਕਦਾ ਜੀ। ਮੈਂ ਪਿੱਛੇ ਸੁਣਿਆ ਕਰੋਨਾ ਵੇਲੇ ਜੀ, ਕਹਿੰਦੇ ਵੀ 226 ਅਰਬਪਤੀ ਖਤਮ ਹੋ ਗਏ ਇਹਦੇ 'ਚ। ਠੀਕ ਹੈ ਜੀ। 226 ਅਰਬਪਤੀ ਇਸ ਬਿਮਾਰੀ ਨਾਲ ਜੀ, ਜਾਂ ਚਲੋ ਟੈਨਸ਼ਨ ਨਾ ਕਹਿ ਲਓ ਜੀ। ਉਹਨਾਂ ਅਰਬਪਤੀ ਦੇ ਮਰਨ ਨਾਲ ਕੋਈ ਘਾਟਾ ਨਹੀਂ ਪਿਆ। ਨਹੀਂ ਪਿਆ ਜੀ। ਉਹਦੀ ਜਗ੍ਹਾ ਦੂਸਰੇ ਨੇ, ਉਹਦੇ ਮੁੰਡੇ ਨੇ ਆ ਜਾਣਾ, ਉਹਦੇ ਭਾਈ ਭਤੀਜੇ ਨੇ ਆ ਜਾਣਾ ਜੀ, ਜੀ, ਜੀ। ਉਹਦਾ ਪ੍ਰਾਪਰਟੀ ਸਾਹਮਣੇ ਆਉਣਾ। ਬਿਲਕੁਲ। ਉਹਦਾ ਦੁਨੀਆ ਦਾ ਘਾਟਾ ਨਹੀਂ ਪਿਆ ਕੋਈ ਜੀ। ਇਹ ਅਮੀਰ ਭਾਵੇਂ ਸਾਰੇ ਖਤਮ ਹੋ ਜਾਣ, ਦੁਨੀਆ ਨੂੰ ਘਾਟਾ ਨਹੀਂ ਪੈਣਾ ਜੀ। ਪਰ ਜੇ ਕਿਤੇ ਕਿਸਾਨ ਤੇ ਮਜ਼ਦੂਰ ਜੀ, ਇਹ ਕਿਤੇ ਇਹਨਾਂ ਮਤਲਬ ਕਮਜ਼ੋਰ ਪੈ ਗਏ, ਇਹ 15 ਦਿਨ ਵਾਸਤੇ ਵੀ ਕਿਤੇ ਆਪਣਾ ਕੰਮ ਬੰਦ ਕਰ ਦੇਣ, ਦੁਨੀਆ ਖਤਮ ਹੋ ਜਾਊਗੀ। ਬਿਲਕੁਲ ਜੀ। ਰੋਜੀ ਰੋਟੀ ਇਹ ਅੰਨਦਾਤੇ ਨੇ ਜੀ। ਇਹਨਾਂ ਬਿਨਾਂ ਸਰੇ ਇਹ ਮੰਗਤਾ ਨਹੀਂ ਹੈ ਵੀ ਆ ਮੰਗਦਾ ਫਿਰ ਸਰਕਾਰ ਤੋਂ ਮੈਨੂੰ ਆਹ ਦਿਓ ਆਹ ਦਿਓ। ਇਹ ਤਾਂ ਦਾਤਾ ਹੈ। ਦਾਤਾ ਜੀ। ਇਹ ਤਾਂ ਪੇਟ ਭਰਦਾ ਹੈ ਜੀ, ਕਰੋੜਾਂ ਅਰਬਾਂ ਖਰਬਾਂ ਦਾ ਜੀ, ਜੀ। ਇਹਨੂੰ ਸਤਿਕਾਰ ਦੇਣਾ ਪਹਿਲੇ ਨੰਬਰ 'ਤੇ ਸਰਕਾਰ ਦਾ ਫਰਜ਼ ਬਣਦਾ ਜੀ। ਔਰ ਇਹਦੀ ਫਸਲ ਦਾ ਸਹੀ ਮੁੱਲ ਮਿਲੇ ਜੀ, ਇਹਨੂੰ ਮੰਡੀਆਂ 'ਚ ਰੁਲਣਾ ਨਾ ਪਵੇ ਜੀ, ਸਤਿਕਾਰ ਮਿਲੇ ਜੀ। ਮੈਂ ਬਾਹਰਲੇ ਮੁਲਕਾਂ 'ਚ ਵੇਖਿਆ ਜੀ, ਉੱਥੇ ਨਾ ਇੱਕ ਫਸਲ ਬੀਜ ਕੇ ਦੂਜੀ ਫਸਲ ਸਰਕਾਰ ਬੀਜਣ ਨਹੀਂ ਦਿੰਦੀ। ਠੀਕ ਹੈ ਜੀ। ਮੈਂ ਜ਼ਿਆਦਾ ਕਰਕੇ ਮੈਂ ਫਾਰਮਾਂ 'ਚ ਰਹਿਣਾ, ਮੇਰੀ ਆਦਤ ਹੈ ਜੀ, ਪਿੰਡਾਂ ਜਾ ਕੇ ਫਾਰਮਾਂ 'ਚ ਰਹਿਣ ਦੀ ਆਦਤ ਹੈ ਮੈਨੂੰ। ਡੇਅਰੀ ਫਾਰਮਾਂ 'ਚ ਰਿਹਾ ਮੈਂ ਬਾਹਰ ਜਿੱਥੇ। ਹਾਂਜੀ ਹਾਂ। ਠੀਕ ਹੈ। ਦੇਖਣ ਦੀ ਆਦਤ, ਉਹਦੀ ਮਸ਼ੀਨਰੀ ਬਹੁਤ ਵਧੀਆ ਹੈ ਜੀ, ਜੀ। ਸ਼ੌਂਕ ਆ ਦੇਖਣ ਦਾ ਜੀ, ਜੀ। ਉਹ ਕਹਿੰਦੇ ਸਾਨੂੰ ਇੱਕ ਫਸਲ ਬੀਜਣ ਦਿੰਦੇ, ਦੂਜੀ ਸਰਕਾਰ ਕਹਿੰਦੀ ਦੂਜੀ ਫਸਲ ਨਾ ਬੀਜੋ ਵੀ ਧਰਤੀ ਦੀ ਤਾਕਤ ਖਤਮ ਹੋ ਜੂ। ਠੀਕ ਹੈ ਜੀ। ਵਿੱਚ ਘਾਹ ਉੱਗ ਜਾਵੇ ਉਹਨੂੰ ਫਿਰ ਵਿੱਚੇ ਵਾਹ ਦਿਓ। ਹਾਂਜੀ। ਫਿਰ ਉਹ ਜ਼ਿਮੀਂਦਾਰ ਕਹਿੰਦੇ ਵੀ ਇਹ 6 ਮਹੀਨੇ ਦੀ ਫਸਲ ਦਾ ਸਾਨੂੰ ਕੀ ਮਿਲੂਗਾ ਜੀ। ਉਹ ਸਰਕਾਰ ਕਹਿੰਦੇ ਤੁਹਾਨੂੰ ਘਰ ਬੈਠਣ ਨੂੰ ਇਹਦਾ ਫਸਲ ਦੇ ਰੇਟ ਮਿਲੂ ਜਿੰਨੇ ਤੋਂ ਫਸਲ ਹੋਣੀ ਸੀ। ਫਸਲ ਬੀਜਣੀ ਨਹੀਂ, ਉੱਦਾਂ ਪੈਸੇ ਮਿਲਣਗੇ, ਤੁਹਾਨੂੰ ਪੈਸੇ ਮਿਲਣਗੇ। ਠੀਕ ਹੈ। ਉਹ ਵੀ ਸਰਕਾਰਾਂ ਨੇ। ਬਿਲਕੁਲ ਜੀ। ਇੱਥੇ ਫਸਲ ਬੀਜੀ ਦਾ ਮੁੱਲ ਹੀ ਸਾਨੂੰ ਮਿਲ ਰਿਹਾ ਜੀ, ਜੀ। ਹੁਣ ਸੜਕਾਂ ਤੇ ਆਉਣਾ ਪੈ ਰਿਹਾ ਕਿਸਾਨ ਨੂੰ ਆਪਦੀ ਫਸਲ ਦਾ ਮੁੱਲ ਲੈਣ ਵਾਸਤੇ, ਜਿਹਨਾਂ ਹਰੇਕ ਨੇ ਪੇਟ, ਭਾਵੇਂ ਉਹ ਅਮੀਰ ਹੈ ਭਾਵੇਂ ਉਹ ਗਰੀਬ ਹੈ, ਰੋਟੀ ਤਾਂ ਉਹਨੇ ਖਾਣੀ ਹੈ ਨਾ। ਬਿਲਕੁਲ ਜੀ। ਉਹ ਰੋਟੀ ਜਾਂਦੀ ਹੈ ਜ਼ਿਮੀਂਦਾਰ ਦੇ ਕਮਾਇਆ ਹੋਇਆ ਜੀ। ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇਸ ਜ਼ਿਮੀਂਦਾਰ ਦਾ ਖਾਸ ਖਿਆਲ ਰੱਖਿਆ ਜਾਵੇ। ਇਹਦੇ ਉੱਤੇ ਐਸੇ ਆਰਡੀਨੈਂਸ ਨਾ ਥੋਪੇ ਜਾਣ ਜਿਹਦੇ ਨਾਲ ਇਹਨੂੰ ਘਾਟਾ ਪੈਂਦਾ ਹੋਵੇ ਜੀ, ਜੀ। ਜਿਹਦੇ ਨਾਲ ਸੜਕਾਂ 'ਤੇ ਉਤਰਨਾ ਪਵੇ ਇਹਨੂੰ ਜੀ, ਤੇ ਜਾਂ ਇਹਨੂੰ ਆਪਦੀ ਫਸਲ ਦਾ ਮੁੱਲ ਵੱਟਣ ਵਾਸਤੇ ਮਿੰਨਤਾਂ ਕਰਨੀਆਂ ਪੈਣ ਜੀ। ਲੋਕਾਂ ਵੱਲ ਵੇਖਣਾ ਵੀ ਜੋ ਮਰਜ਼ੀ ਰੇਟ ਬਣਾ ਕੇ ਇਹ ਲਿਜਾਵੇ ਕਮਾ ਕੇ, ਤੇ ਰੇਟ ਕੋਈ ਆਪਦੀ ਮਰਜ਼ੀ ਨਾਲ ਲਾਵੇ। ਬਿਲਕੁਲ ਜੀ। ਬਾਹਰਲੇ ਵਿਦੇਸ਼ਾਂ 'ਚ ਦੇਖਿਆ ਵੀ ਜ਼ਿਮੀਂਦਾਰ ਆਪਣੀ ਚੀਜ਼ ਦਾ ਮੁੱਲ ਆਪ ਉਹ ਲਾਉਂਦਾ ਰੇਟ, ਵੀ ਮੈਂ ਤਾਂ ਮਤਲਬ ਇਸ ਰੇਟ 'ਤੇ ਦਊਂਗਾ। ਅੱਛਾ, ਬਾਹਰ ਇੱਦਾਂ ਚੱਲਦਾ ਜੀ। ਹਾਂ, ਵੀ ਮੈਂ ਬਣਾ ਕੇ ਲਿਆਇਆ। ਜਿਵੇਂ
फैक्ट्री वाला कुछ औजार तैयार करदा ਉਹਨੂੰ ਹੱਕ ਹੈ ਨਾ ਇਹ ਇੰਨੇ ਦਾ ਵੇਚਣਾ ਹਾਂ ਬਿਲਕੁਲ ਜੀ। ਉੱਥੇ ਜ਼ਿਮੀਂਦਾਰ ਫਸਲ ਆਪਦੀ ਮਰਜ਼ੀ ਨਾਲ ਵੇਚਦਾ। ਠੀਕ ਹੈ ਜੀ। ਇੱਥੇ ਜ਼ਿਮੀਂਦਾਰ ਦੀ ਫਸਲ ਜੋ ਮਰਜ਼ੀ ਆੜ੍ਹਤੀ ਆਪਦੇ ਮੁੱਲ ਨਾਲ ਲਾ ਦੇਣ, ਇਹ ਇੰਨੇ ਦੀ ਹੈ ਜੀ, ਇਹਦਾ ਬੱਟਾ ਲਾ ਦਿਓ ਜੀ, ਇਹ 'ਚ ਸਿੱਲ ਹੈ ਜੀ, ਇਹ 'ਚ ਇਹ ਹੈ ਜੀ। ਜੀ ਜੀ ਜੀ। ਇਸ ਤਰ੍ਹਾਂ ਜ਼ਿਮੀਂਦਾਰ ਨਹੀਂ ਹੋਣਾ ਚਾਹੀਦਾ ਜੀ। ਇਹ ਸਾਡੀ ਰੀੜ੍ਹ ਦੀ ਹੱਡੀ ਹੈ, ਇਹ ਸਾਡਾ ਅੰਨ ਦਾ ਦਾਤਾ ਹੈ ਜੀ। ਇਹ ਸਰਕਾਰ ਜ਼ਰੂਰ ਇਹਨਾਂ ਦੀ ਬਾਂਹ ਫੜੇ ਜੀ, ਇਹਨੂੰ ਇਨਸਾਫ ਮਿਲੇ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਆ ਜੀ। ਔਰ ਸਾਰੇ ਇਹਦੇ ਨਾਲ ਖੜੇ ਨੇ, ਅਸੀਂ ਵੀ ਨਾਲ ਖੜੇ ਹਾਂ ਜੀ, ਜਿੰਨੇ ਜੋਗੇ ਅਸੀਂ ਵੀ ਨਾਲ ਹਾਂ। ਹੋਰ ਸਾਰੀਆਂ ਸੰਪਰਦਾਵਾਂ, ਸਾਰੀ ਜਥੇਬੰਦੀਆਂ ਨਾਲ ਨੇ। ਬਿਲਕੁਲ ਜੀ, ਹਰ ਕੋਈ ਨਾਲ, ਕੋਈ ਇਹਦੀ ਹਰ ਇੱਕ ਨੂੰ ਲੋੜ ਹੈ। ਬਿਲਕੁਲ ਜੀ, ਇਹ ਜ਼ਿਮੀਂਦਾਰ ਦਾ ਮਸਲਾ ਨਹੀਂ, ਇਹ ਪੂਰੇ ਦੇਸ਼ ਦਾ ਮਸਲਾ ਹੈ ਜੀ। ਇਹ ਘਰੇ ਗਰੀਬ ਗੁਰਬ ਦਾ ਸਭ ਦਾ ਮਸਲਾ ਹੈ। ਬਿਲਕੁਲ, ਅੰਨ ਦੀ ਸਭ ਨੂੰ ਲੋੜ ਹੈ ਜੀ ਜੀ ਜੀ। ਇਸ ਕਰਕੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਹ ਆਰਡੀਨੈਂਸ ਵਾਪਸ ਹੋਣਾ ਚਾਹੀਦਾ ਜੀ, ਕਿਉਂਕਿ ਜ਼ਿਮੀਂਦਾਰ ਦੇ ਹੱਕ ਵਿੱਚ ਨਹੀਂ ਹੈ, ਨਹੀਂ ਹੈਗਾ ਜੀ, ਹੈ ਨਾ। ਇਹ ਹਤਾਇਸ਼ੀ ਨਹੀਂ ਹੈ ਜੀ, ਇਹ ਇਹਦੇ ਹੱਕਾਂ ਦਾ ਮਤਲਬ ਕਤਲ ਹੈ ਜੀ। ਇਹ ਨਹੀਂ ਹੋਣਾ ਚਾਹੀਦਾ ਜੀ। ਇਹ ਮੇਰੀ ਸਰਕਾਰ ਨੂੰ ਅਪੀਲ ਹੈ ਵੀ ਇਹਨੂੰ ਵਾਪਸ ਲਓ ਜੀ, ਤੇ ਇਹਨੂੰ ਇਨਸਾਫ ਦਿਓ। ਬਾਬਾ ਜੀ, ਅਖੀਰ ਦੇ ਵਿੱਚ ਸੰਗਤ ਨੂੰ ਕੋਈ ਸੰਦੇਸ਼ ਆਪਣੇ ਵੱਲੋਂ ਜ਼ਰੂਰ, ਨੌਜਵਾਨ ਪੀੜ੍ਹੀ ਵਾਸਤੇ, ਆਮ ਸੰਗਤਾਂ ਵਾਸਤੇ ਆਪਾਂ ਜ਼ਰੂਰ ਦੇਣਾ ਜੀ। ਇੱਕ ਨੌਜਵਾਨ ਵੀ ਇੱਕ ਤਾਂ ਗੁਰੂ ਨਾਲ ਜੁੜਨ ਜੀ, ਮਨਮਤਾਂ ਨੂੰ ਛੱਡਣ ਜੀ, ਨਸ਼ਿਆਂ 'ਚ ਨਾ ਪੈਣ ਜੀ, ਗੁਰੂਆਂ ਪੀਰਾਂ ਦੇ ਪਰਉਪਕਾਰਾਂ ਨੂੰ ਯਾਦ ਰੱਖਣ ਜੀ। ਸਾਡੇ ਵਾਸਤੇ ਵੱਡੇ ਗੁਰੂ ਕੀ ਕਰਕੇ ਗਏ ਨੇ, ਸ਼ਹੀਦਾਂ ਸਿੰਘ ਸਾਡੇ ਵਾਸਤੇ ਕੀ ਕੀਤਾ ਜੀ, ਮਹਾਂਪੁਰਸ਼ਾਂ ਨੇ ਸਾਨੂੰ ਕੀ ਦੇਣ ਹੈ ਜੀ, ਸੰਪਰਦਾਵਾਂ ਦੀ ਜਥੇਬੰਦੀਆਂ ਕਾਰ ਸੇਵਾ ਸਾਨੂੰ ਕੀ ਸਾਡੇ ਵਾਸਤੇ ਕਰ ਰਹੇ ਨੇ ਜੀ। ਸਾਡੇ ਮਾਂ ਬਾਪ, ਉਹਨਾਂ ਦਾ ਸਤਿਕਾਰ ਕਰਨ, ਵੱਡਿਆਂ ਦਾ ਸਤਿਕਾਰ ਕਰਨ ਜੀ, ਹੈ ਨਾ। ਗੁਰਮਤਿ ਦੇ ਧਾਰਨੀ ਹੋਣ ਜੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਜੀ। ਆ ਜਿਹੜੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋ ਰਹੀ ਹੈ, ਬਹੁਤ ਜ਼ਿਆਦਾ ਨਿੰਦਣਯੋਗ ਹੈ। ਇਹ ਵੀ ਬਾਬਾ ਜੀ ਆਪਣੇ ਕੱਲ ਪਰਸੋਂ ਜਿਹੜੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਤਰਖਾਣ ਮਾਜਰਾ ਪਿੰਡ 'ਚ ਜੀ ਜੀ ਤੇ ਮੱਲਾ ਪਿੰਡ 'ਚ, ਦੋ ਪਿੰਡਾਂ 'ਚ ਉਸੇ ਬੰਦੇ ਨੇ ਹੀ ਬੇਅਦਬੀ ਜਿਹੜੀ ਆ ਉਹ ਕੀਤੀ ਹੈ। ਪਹਿਲਾਂ ਮੱਲਾ ਪਿੰਡ 'ਚ ਬਾਬਾ ਜੀ ਕਰਕੇ ਆਇਆ, ਕਿਸੇ ਨੂੰ ਪਤਾ ਨਹੀਂ ਲੱਗਿਆ। ਉਹੀ ਅੱਗੇ ਆ ਕੇ ਤਰਖਾਣ ਮਾਜਰਾ ਪਿੰਡ 'ਚ ਗ੍ਰੰਥੀ ਸਿੰਘ ਨੂੰ ਕਹਿੰਦਾ ਵੀ ਦਰਵਾਜ਼ਾ ਖੋਲ੍ਹੋ, ਮੈਂ ਮੱਥਾ ਟੇਕਣਾ। ਗ੍ਰੰਥੀ ਸਿੰਘ ਕਹਿੰਦੇ ਵੀ ਮੈਂ ਹੱਥ ਸੁੱਚੇ ਕਰਿਆ, ਮੈਂ ਪ੍ਰਸ਼ਾਦ ਦਿੰਦਾ, ਤੁਸੀਂ ਜਦ ਤੱਕ ਮੱਥਾ ਟੇਕੋ। ਮੱਥਾ ਨਹੀਂ ਕਹਿੰਦੇ ਜਾਂਦੇ ਨੇ ਟੇਕਿਆ ਤਾਂ 10-15 ਅੰਗ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ। ਤਾਂ ਇਹ ਵੀ ਬਾਬਾ ਜੀ, ਜਾਂ ਇੱਕ ਪਾਸੇ ਕਹੀਏ ਵੀ ਕਿਸਾਨੀ ਸੰਘਰਸ਼ ਜ਼ੋਰਾਂ 'ਤੇ ਆ, ਇੱਕ ਪਾਸੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਇਹ ਵੀ ਕੋਈ ਤਾਰ ਜੁੜੇ ਨਾ ਹੋਣ। ਹੋ ਸਕਦਾ ਵੀ ਇਹ ਕਿਸਾਨੀ ਸੰਘਰਸ਼ ਨੂੰ ਮੱਠਾ ਪਾਉਣ ਵਾਸਤੇ, ਸੰਗਤ ਦਾ ਧਿਆਨ ਉਧਰੋਂ ਤੋੜਨ ਵਾਸਤੇ ਕੀਤਾ ਜਾ ਰਿਹਾ ਹੋਵੇ ਜੀ ਜੀ ਜੀ। ਬਿਲਕੁਲ, ਸਾਸਾਂ ਪਹਿਲੇ ਵੀ ਹੁੰਦੀਆਂ ਰਹੀਆਂ ਨੇ ਜੀ ਜੀ, ਤਾਂ ਕਿ ਇਹਨਾਂ ਦਾ ਸਿੱਖਾਂ ਦਾ ਹੋਰ ਪਾਸੇ ਧਿਆਨ ਖਿੱਚ ਲਓ, ਇਹ ਆਪਦੇ ਅਸਲੀ ਮਸਲਿਆਂ ਵੱਲ ਨਾ ਦੇਖ ਸਕਣ ਜੀ ਜੀ। ਅਸਲੀ ਜਿਹੜੇ ਮੁੱਦੇ ਨੇ ਉਧਰੋਂ ਇਹਨਾਂ ਨੂੰ ਧਿਆਨ ਖਿੱਚ ਲਓ, ਉਹਨਾਂ ਨੂੰ ਭੁੱਲ ਜਾਣ ਜੀ ਜੀ। ਬਿਲਕੁਲ, ਪਰ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ, ਬਹੁਤ ਹੀ ਘਟੀਆ ਸੋਚ ਹੈ ਜੀ। ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਆਪਣੀ ਬੁੱਕਲ 'ਚ ਲਿਆ ਜੀ, ਜਿਨ੍ਹਾਂ ਸਰਬੱਤ ਦਾ ਭਲਾ ਮੰਗਿਆ ਜੀ, ਜਿਨ੍ਹਾਂ ਨੇ ਹਰ ਧਰਮ ਦੇ ਮਹਾਂਪੁਰਸ਼ ਨੂੰ ਬਾਣੀ ਵਿੱਚ ਥਾਂ ਦਿੱਤੀ ਹੈ, ਸਾਰੇ ਧਰਮਾਂ ਨੂੰ ਜੋੜਿਆ ਜੀ। ਦਸਮ ਪਾਤਸ਼ਾਹ ਨੇ ਨੀਵਿਆਂ ਨੂੰ ਉੱਚੇ ਚੁੱਕਿਆ ਜੀ, ਸਰਦਾਰ ਬਣਾਏ ਨੇ। ਇਹ ਉਹ ਬਾਣੀ ਹੈ, ਇਹਦਾ ਤਾਂ ਜਿੰਨਾ ਸਤਿਕਾਰ ਕਰੀ ਉਹਨਾਂ ਥੋੜ੍ਹਾ ਹੈ। ਬਿਲਕੁਲ ਜੀ, ਇਹਨਾਂ ਤਾਂ ਕਿਸੇ ਬੁਰਾ ਕਦੇ ਮੰਗੇ ਨਹੀਂ। ਸਤਿਗੁਰ ਸਭਨਾਂ ਦਾ ਭਲਾ ਬਣਾਉਂਦਾ ਜੀ। ਇਹ ਤਾਂ ਸਭ ਦਾ ਉੱਥੇ ਜਾ ਕੇ ਸਾਰੇ ਅਰਦਾਸਾਂ ਕਰਦੇ ਨੇ, ਜੰਮਣ ਵੇਲੇ ਉੱਥੇ ਅਰਦਾਸ ਜੀ, ਮੰਗਣੇ ਵਿਆਹ ਵੇਲੇ ਉੱਥੇ ਅਰਦਾਸ, ਮਰਨੇ ਵੇਲੇ ਉੱਥੇ ਅਰਦਾਸ, ਮਹਾਰਾਜ ਕਰੋ ਚਰਨਾਂ 'ਚ ਨਿਵਾਸ ਦਿਓ ਜੀ। ਇਹਦੇ ਬੰਦੇ ਸਾਡਾ ਸਰਨਾ ਹੀ ਨਹੀਂ ਸਰਨਾ, ਤੇ ਉਹਦਾ ਬੁਰਾ ਅਸੀਂ ਕਿਉਂ ਸੋਚਿਆ? ਜੀ ਜੀ ਜੀ, ਕਰਨਾ ਦੇ ਕੀ, ਸੋਚਣਾ ਵੀ ਨਹੀਂ ਚਾਹੀਦਾ। ਬਿਲਕੁਲ ਜੀ। ਸੋ ਮੇਰੇ ਖਿਆਲ ਵਿੱਚ ਵੀ ਇਹ ਜਿਹੜੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਮੱਠਾ ਪਾਉਣ ਵਾਸਤੇ ਚਾਲਾਂ ਨੇ ਜੀ, ਤੇ ਤਾਂ ਕਿ ਸਿੱਖਾਂ ਧਿਆਨ ਇੱਧਰ ਹੋ ਜਾਵੇ, ਉਹ ਧਰਨੇ ਛੱਡ ਕੇ ਇੱਧਰ ਨੂੰ ਹੋ ਜਾਣ, ਕਿਉਂਕਿ ਸਿੱਖਾਂ ਦਾ ਇਹੀ ਜਦੋਂ ਸੁਣਨਾ ਉੱਥੇ ਜਾਣਾ ਹੀ ਹੈ। ਬਿਲਕੁਲ ਜੀ, ਉੱਥੇ ਉਹਨਾਂ ਨੇ ਜਾ ਕੇ ਫਿਰ ਆਪਣੇ ਸੰਘਰਸ਼ ਕਰਨਾ ਹੀ ਹੈ ਜੀ ਜੀ ਜੀ, ਧਰਨੇ ਦੇਣੇ ਹੀ ਨੇ, ਹਰ ਸਿੱਖ ਦਾ ਫਰਜ਼ ਬਣਦਾ ਜੀ। ਸੋ ਇਹਨਾਂ ਤੇ ਵੀ ਸਰਕਾਰ ਕੰਟਰੋਲ ਕਰੇ ਜੀ, ਪ੍ਰਸ਼ਾਸਨ ਰਾਹੀਂ ਸੁਚੇਤ ਰੱਖੇ ਇਹਨਾਂ ਨੂੰ ਜੀ, ਹੈ ਨਾ। ਇਹ ਪਿੰਡਾਂ ਜਿਹੋ ਜਿਹੇ ਘਟਨਾਵਾਂ ਨਾ ਵਾਪਰਨ ਅੱਗੇ ਤੋਂ। ਬਿਲਕੁਲ ਜੀ, ਤਾਂ ਕਿ ਸਿੱਖੀ ਜਿਹੜਾ ਕਿਸਾਨ ਸੰਘਰਸ਼ ਉਹ ਮੱਠਾ ਨਾ ਪਵੇ ਜੀ ਜੀ ਜੀ, ਤੇ ਉਹਦਾ ਸਰਕਾਰ ਪੂਰੀ ਉਹਨਾਂ ਦੀ ਮਦਦ ਕਰੇ। ਜਿੰਨਾ ਵੀ ਜੋ ਚਾਹੁੰਦੇ ਨੇ ਸਹੀ ਉਹਨਾਂ ਦੀਆਂ ਮੰਗਾਂ ਜੀ, ਉਹ ਬੰਦ ਪੂਰੀਆਂ ਕੀਤੀਆਂ ਜਾਣ ਜੀ। ਉਹਨਾਂ ਉੱਤੇ ਕੋਈ ਜ਼ਬਰਦਸਤੀ ਕੋਈ ਇਹੋ ਜਿਹਾ ਬਿੱਲ ਨਾ ਥੋਪਿਆ ਜਾਵੇ ਜਿਹੜਾ ਉਹਨਾਂ ਦੇ ਘਾਟੇ ਜਾਂਦਾ ਹੋਵੇ ਜੀ ਜੀ ਜੀ। ਸੋ ਬਾਬਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਾਨੂੰ ਅੱਜ ਇਹ ਸਮਾਂ ਇੰਨਾ ਖੁੱਲ੍ਹਾ ਟਾਈਮ ਦੇ ਕੇ, ਆਪ ਜੀ ਦਾ, ਆਪ ਜੀ ਚੱਲ ਕੇ ਆਏ, ਕਿੰਨਾ ਸਮਾਂ ਕੱਢਿਆ ਆਪ ਜੀ ਨੇ ਜੀ। ਔਰ ਇਹ ਸਿੱਖ ਸੰਗਤਾਂ ਤੱਕ ਇਹ ਮੁੱਦੇ ਪਹੁੰਚਾਉਣ ਵਾਸਤੇ ਆਪ ਜੀ ਕਿੱਡਾ ਉਦਮ ਕਰ ਰਹੇ ਹੋ ਜੀ, ਖਰਚਾ ਕਰ ਰਹੇ ਹੋ, ਸਮਾਂ ਦੇ ਰਹੇ ਹੋ, ਆਪ ਜੀ ਖੇਚਲਾ ਕਰ ਰਹੇ ਹੋ। ਇਹ ਤਾਂ ਆਪ ਜੀ ਦਾ ਉਦਮ ਹੈ। ਬਹੁਤ ਧੰਨਵਾਦ ਆਪ ਜੀ ਦਾ। ਜਿਵੇਂ ਸਤਿਗੁਰੂ ਆਪ ਤੋਂ ਸਮਾਂ ਸੇਵਾ ਲੈਂਦੇ ਰਹਿਣ। ਕਿੱਡਾ ਬੜਾ ਸਿੱਖੀ ਦੇ ਪ੍ਰਚਾਰ 'ਚ ਆਪ ਜੀ ਦਾ ਯੋਗਦਾਨ ਹੈ। ਤਕੜੇ ਹੋ ਕੇ ਪ੍ਰਚਾਰ ਕਰ ਰਹੇ ਹੋ ਆਪ ਜੀ, ਔਰ ਸਰਬ ਸਾਂਝਾ ਉਪਦੇਸ਼ ਦੇ ਰਹੇ ਹੋ। ਇਵੇਂ ਸਤਿਗੁਰ ਸੇਵਾ ਤੋਂ ਲੈਂਦੇ ਰਹਿਣ, ਤੇ ਇਵੇਂ ਸਾਥੋਂ ਛੋਟੀ ਮੋਟੀ ਸੇਵਾ ਲੈਂਦੇ ਰਹਿਣ ਮਹਾਰਾਜ। ਬਿਲਕੁਲ ਜੀ, ਬਿਲਕੁਲ।
ਤੇ ਬਾਬਾ ਸੁਖਦੇਵ ਸਿੰਘ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਬਾਬਾ ਬੇਅੰਤ ਸਿੰਘ ਜੀ ਜੋ ਨਿਰਮਲ ਡੇਰਾ ਬੀਰ ਕਲਾਂ ਲੰਗਰਾਂ ਵਾਲੇ ਮਹਾਂਪੁਰਸ਼ਾਂ ਨੇ ਅੱਜ ਸਾਨੂੰ ਬਹੁਤ ਖੁੱਲ੍ਹੇ ਸਮੇਂ ਦੇ ਵਿੱਚ ਬਹੁਤ ਖੁੱਲ੍ਹੀਆਂ ਵਿਚਾਰਾਂ ਦੇ ਨਾਲ ਬੜੀ ਬਰੀਕੀ ਦੇ ਨਾਲ ਸਾਰੀਆਂ ਗੱਲਾਂ ਵੱਡੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਸਾਰਾ ਬੜੇ ਵਿਸਥਾਰ ਨਾਲ ਸਾਨੂੰ ਜੋ ਹੈ ਉਹ ਦੱਸਿਆ ਹੈ। ਇਸੇ ਤਰ੍ਹਾਂ ਕਿਸਾਨੀ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਆਪਣੇ ਬੋਲ ਰੱਖੇ ਨੇ। ਸੋ ਮਹਾਂਪੁਰਸ਼ਾਂ ਨੇ ਸਾਨੂੰ ਸਮਾਂ ਦਿੱਤਾ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਦੇ ਵਿੱਚ। ਫਿਰ ਵੀ ਜਦੋਂ ਕਿਤੇ ਸਮਾਂ ਬਣਿਆ ਬਾਬਾ ਜੀ ਤੋਂ ਸਮਾਂ ਲੈ ਕੇ ਫਿਰ ਵੀ ਮੌਕੇ ਦੇ ਹਿਸਾਬ ਨਾਲ ਆਪਾਂ ਜੋ ਆਪ ਜੀ ਦੇ ਰੂਬਰੂ ਮਹਾਂਪੁਰਸ਼ਾਂ ਨੂੰ ਕਰਾਂਗੇ। ਔਰ ਮੀਡੀਆ ਹਰ ਰਾਏਪੁਰ ਵਾਲੇ YouTube ਚੈਨਲ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਦੇਖਦੇ ਹੋ ਤੇ ਕੋਸ਼ਿਸ਼ ਕਰਿਆ ਕਰੋ ਅੱਗੇ ਤੋਂ ਅੱਗੇ ਸੰਗਤਾਂ ਤੱਕ ਇਹ ਬੇਨਤੀ ਪਹੁੰਚੇ। ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹਰ ਹਫ਼ਤੇ ਨਵੀਂ ਸ਼ਖਸੀਅਤ ਦੇ ਨਾਲ ਅਸੀਂ ਰੂਬਰੂ ਕਰਾ ਕੇ ਤੁਹਾਡੇ ਤੱਕ ਉਹ ਚੰਗੀਆਂ ਗੱਲਾਂ ਪਹੁੰਚਾ ਸਕੀਏ। ਸੋ ਸਾਡੀ ਸਾਰੀ ਮੀਡੀਆ ਹਰ ਰਾਏਪੁਰ ਵਾਲੇ ਚੈਨਲ ਦੀ ਟੀਮ ਵੀਰ ਗੁਰਿੰਦਰ ਸਿੰਘ ਜੀ, ਵੀਰ ਰਾਹੁਲ ਜੀ ਔਰ ਬਾਬਾ ਅਮਰਪਾਲ ਸਿੰਘ ਜੀ ਸਾਰਿਆਂ ਦਾ ਧੰਨਵਾਦ ਹੈ ਜੋ ਇਸ ਸਥਾਨ ਤੇ ਪਹੁੰਚ ਕੇ ਮਹਾਂਪੁਰਸ਼ਾਂ ਨਾਲ ਸਾਰਿਆਂ ਨੇ ਦਰਸ਼ਨ ਦਿਦਾਰੇ ਕੀਤੇ ਔਰ ਬਚਨ ਬਲਾਸ ਸਾਂਝੇ ਕੀਤੇ। ਆਉਣ ਵਾਲੇ ਸਮੇਂ 'ਚ ਆਉਣ ਵਾਲੇ ਹਫ਼ਤੇ 'ਚ ਨਵੀਂ ਸ਼ਖਸੀਅਤ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਜਿਸ ਉਹਨੇ ਸਮੇਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।